ਤੇ ਹੋ ਸਕਦਾ ਅਹਿਮਦ ਸ਼ਾਹ ਅਬਦਾਲੀ ਇਹ ਮਹਿਸੂਸ ਕਰਦਾ ਹੋਵੇ ਜੇ ਕਿਤੇ ਕੋਈ ਉਹਨਾਂ ਦੀ ਰੂਹ ਭਟਕਦੀ ਹੋਵੇ ਕਿ ਮੈਨੂੰ ਤਾਂ ਪੰਜਾਬ ਆਉਣਾ ਹੀ ਨਹੀਂ ਚਾਹੀਦਾ ਸੀ, ਉੱਥੇ ਤਾਂ ਮੇਰੇ ਤੋਂ ਵੱਡੇ ਅਬਦਾਲੀ ਬੈਠੇ ਹੈ ਜੀ। ਸੋ ਅੱਜ ਤੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੀ, ਅਕਤੂਬਰ ਮਹੀਨੇ ਦੇ ਵਿੱਚ ਅਸੀਂ 304 ਬੱਸਾਂ ਇਲੀਗਲ ਇੰਪਾਊਂਡ ਕੀਤੀਆਂ, ਜਿਹੜੀਆਂ ਸਮ ਆਫ ਦਾ ਬੱਸਸ ਵਿਦਆਊਟ ਟੈਕਸਿਸ, ਵਿਦਆਊਟ ਪਰਮਿਟਸ ਤੇ ਅਦਰ ਜਿਹੜੀਆਂ ਹੋਰ ਉਹਨਾਂ 'ਚ ਤਰੁੱਟੀਆਂ ਸਨ। 68 ਬੱਸਾਂ ਦੇ ਚਲਾਨ ਕੀਤੇ ਗਏ ਤੇ ਇਹਦਾ ਅਸਰ ਕੀ ਹੋਇਆ ਕਿ 7 ਕਰੋੜ ਰੁਪਇਆ ਸਾਨੂੰ ਰੈਵਨਿਊ ਟੈਕਸ ਕਲੈਕਸ਼ਨ ਦੇ ਵੱਲੋਂ ਆਇਆ, ਲੇਕਿਨ ਹਜੇ ਕਾਫੀ ਬਕਾਇਆ ਬਾਕੀ ਹੈ। ਲੇਕਿਨ 7 ਕਰੋੜ ਰੁਪਇਆ ਹੁਣ ਤੱਕ ਇੱਕ ਮਹੀਨੇ ਦੇ ਵਿੱਚ ਜਿਹੜਾ ਟੈਕਸ ਕਲੈਕਸ਼ਨ ਹੋਈ ਹੈ, ਜਿਹੜੀਆਂ ਟੈਕਸ ਡਿਫਾਲਟਰ ਬੱਸਾਂ ਸੀਗੀਆਂ ਉਹਨਾਂ ਤੋਂ ਸਾਨੂੰ 7 ਕਰੋੜ ਰੁਪਇਆ ਆ ਚੁੱਕਿਆ ਹੈ ਜੀ। ਲੇਕਿਨ ਹੋਰ ਵੀ ਕਾਫੀ ਐਸੇ ਡਿਫਾਲਟਰਸ ਹੈਗੇ ਨੇ ਜਿਨ੍ਹਾਂ ਤੋਂ ਪੈਸਾ ਆਉਣਾ ਬਾਕੀ ਹੈ, ਲੇਕਿਨ 7 ਕਰੋੜ ਰੁਪਇਆ ਹੁਣ ਤੱਕ ਆਇਆ ਹੈ। ਇਸ ਦੇ ਨਾਲ ਨਾਲ ਅਗਰ ਅਸੀਂ ਗੱਲ ਕਰੀਏ ਪਨਬਸ ਤੇ ਪੀਆਰਟੀਸੀ ਦੀ, ਤਾਂ ਜਿਹੜਾ ਸਪਟੈਂਬਰ ਮਹੀਨਾ ਸੀਗਾ ਉਹਦੇ ਵਿੱਚ ਪੀਆਰਟੀਸੀ ਦੀ ਕਮਾਈ ਸਾਡੀ 39 ਕਰੋੜ ਰੁਪਇਆ ਮਹੀਨੇ ਦੀ ਸੀ। ਕਲੈਕਸ਼ਨ, ਨਾਟ ਕਮਾਈ, ਕਲੈਕਸ਼ਨ 39 CR ਤੇ ਪੰਜਾਬ ਰੋਡਵੇਜ਼ ਦੀ ਸੀ 34.15, यानी कि दोनों ਨੂੰ अगर मिला लिए तो 73 करोड़ 16 ਲੱਖ सानू एक महीने का कलैक्शन हुई। 73, पीआरटीसी 39, पंजाब रोडवेज 34.15, टोटल 73.16, यानी कि 73 करोड़ 16 ਲੱਖ एक महीने का साडी कलैक्शन हुई, रेवेन्यू आया सितंबर। ते जे मैं अक्टूबर की गल कर ला, हुण नवंबर चल रहा है, लास्ट मंथ की, तो पीआरटीसी 54.74, 54 करोड़ 74, जेड़े कि 39 हुंदा सी, वो 54.74 आ गया जी। ਤੇ ਜਿਹੜਾ ਪੰਜਾਬ ਰੋਡਵੇਜ਼ ਹੁੰਦਾ ਸੀ 34.15, ਉਹ 49.57 ਹੋ ਗਿਆ ਜੀ। 49 ਕਰੋੜ 57 ਲੱਖ ਐਂਡ ਪੀਆਰਟੀਸੀ 54 ਕਰੋੜ 74 ਲੱਖ, ਜਾਨੀ ਕਿ 104 ਕਰੋੜ ਰੁਪਇਆ ਮਹੀਨੇ ਦਾ ਸਾਨੂੰ ਪਿਛਲੇ ਮਹੀਨੇ ਨਾਲੋਂ रेवेन्यू कलैक्शन वध हुई है। यानी कि ये तकरीबन तुसी ला लो 30 करोड़ रुपया, 31 करोड़ रुपया एक महीने की साडी रेवेन्यू कलैक्शन च वाधा हो चुका है अक्टूबर। यानी कि करोड़ रुपया ऑन एन एवरेज एवरी डे, जेड़ा अज तो 20-21 दिन पहला आपां 53 लाख की फिगर दी सी तुहानू कि सानू 53 लाख रुपया मुनाफा होया पर डे का, वो हुण वध के 1 करोड़ 1 लाख के करीब होण लग पिया जी। सो टोटल जे महीने का लाइए तो 31 करोड़ 15 लाख अगर फिगर्स तुहानू दसां तां। इंक्रीज इन वन डे 1 करोड़, इंक्रीज इन मंथ्स अगर जे नू एवरेज कढ लईए आपां कि किन्नी ये ऑन एन एवरेज किन्ना साडा वाधा होया कमाई च जां रेवेन्यू च, ये 42.57% इंक्रीज होया जी। कोई ग्रोथ नहीं ऐसा होनी किते भी, तुहाडे कोले ऐसे आंकड़े नहीं होने कि एक महीने दे विच 42.57 दी ग्रोथ आई होवे पुराने रेवेन्यू। सो हुण डेली जे 1 करोड़ इंक्रीज होया तो असी गल कर लीए कि 14.5 साल पुराने 10 साल
अहमद शाह अब्दाली जी की सरकार दे, यानी कि राज नहीं सेवा करने वाले उन्होंने माफिए दे ਜਿਹੜੇ ਅੱਜ ਕੱਲ ਲੋਕਾਂ ਨੂੰ ਫੁੱਟਬਾਲ ਖੇਡ ਕੇ ਭਰਮਾ ਰਹੇ ਨੇ, ਆਦਰਨੀय ਸੁਖਬੀਰ ਸਿੰਘ ਬਾਦਲ ਸਾਹਿਬ, ਕੇਵਲ ਤੇ ਕੇਵਲ ਸੁਖਬੀਰ ਸਿੰਘ ਬਾਦਲ ਕਰਕੇ 14.5 ਸਾਲ ਸਾਡਾ ਇਹ ਰੈਵਨਿਊ ਲਾਸਸ ਹੋਇਆ। ਕਿਉਂ? ਤੁਸੀਂ ਹੁਣ ਕਹੋਗੇ ਕਿ 10 ਸਾਲ ਤਾਂ ਉਹਨਾਂ ਦੀ ਸਰਕਾਰ ਸੀ, 4.5 ਸਾਲ ਥੋੜੀ ਸੀ, ਪਰ ਮੈਂ ਆਲਰੇਡੀ ਕਹਿ ਚੁੱਕਿਆ ਕਿ ਕੰਪਰੋਮਾਈਜ਼ ਚੀਫ ਮਿਨਿਸਟਰ ਸੀਗਾ, ਉਹ ਵੀ ਚਾਚਾ ਭਤੀਜੇ ਨਾਲ ਮਿਲਿਆ ਹੋਇਆ ਸੀਗਾ, ਇਸੇ ਕਰਕੇ ਉਹਨੂੰ 14.5 ਸਾਲ ਹੀ ਮੈਂ ਕਹਿ ਰਿਹਾ, ਨਹੀਂ ਤਾਂ 4.5 ਸਾਲ ਸਾਡੀ ਕਾਂਗਰਸ ਦੇ ਜਿਹੜੇ ਮੈਂ ਨਾ ਗਿਣਾਉਂਦਾ। ਤੇ 14.5 ਸਾਲਾਂ ਚ ਜੇ ਦਿਨ ਗਿਣ ਲਈਏ ਜਨਾਬ ਤੇ 5220 ਦਿਨ ਬਣਦੇ ਆ ਜੀ। 5220 14.5 ਸਾਲ ਚ 5220 ਦਿਨ ਹੋ ਗਏ। ਤੇ ਜੇ 5220 ਦਿਨਾਂ ਚ 1-1 ਕਰੋੜ ਰੁਪਇਆ ਰੋਜ਼ਾਨਾ ਆਉਂਦਾ, ਜਿਹੜਾ ਕਿ ਤੁਹਾਨੂੰ ਕਰਕੇ ਦਿਖਾਇਆ ਹੈ, ऑन प्रैक्टिकल ऑन ग्राउंड करके दिखाया है, ये 5200 करोड़ रुपए का रेवेन्यू लॉस पीआरटीसी ते पनबस नूं होया है। नहीं समझे? 5200 करोड़ का 14.5 सालां दे विच 5220 दिन ने, ते 5220 दिन कैलकुलेटेड वन डे टुडे इज इक्वल टू 5220 करोड़ रुपया। एक तो यह लै लो जी 5220 करोड़ रुपया। अगे आ जाओ जी, हुण आपां गल करिए इलीगल एक्सटेंशनस दी, जिहदे बारे अक्सर ही गल्लां कीतियां जांदियां। पिछे जे आम आदमी पार्टी दे एक कोई प्रवक्ता सीगे कि आई डोंट नो, उन्होंने भी आवाज़ उठाई सी कि राजा विड़िंग नूं तां मन्नीए जे इलीगल जिहड़ियां एक्सटेंशनस ने, जिहड़ी अज तो 2012 दे विच 2012 ਦੇ ਵਿੱਚ ਜਸਟਿਸ ਸੂਰਿਆਕਾਂਤ ਨੇ ਮਲਟੀਪਲ ਐਕਸਟੈਂਸ਼ਨ, ਤੇ ਜੇ ਕਈਆਂ ਨੂੰ ਨਹੀਂ ਸਮਝ ਆਈ ਤਾਂ ਮੈਂ ਉਹਨਾਂ ਨੂੰ ਸਮਝਾਉਣਾ ਚਾਹਣਾ। ਲੀਗਲ ਰੂਟ ਮੰਨ ਲਓ ਕਿ ਕੋਟਪੂਰਾ ਤੋਂ ਬਾਗਾ ਪੁਰਾਣਾ ਤੱਕ ਸੀਗਾ, ਫਿਰ ਬਾਗਾ ਪੁਰਾਣਾ ਤੋਂ 24 ਕਿਲੋਮੀਟਰ ਦੀ ਐਕਸਟੈਂਸ਼ਨ ਲੈ ਕੇ ਤੁਸੀਂ ਮੋਗੇ ਜਾ ਸਕਦੇ ਸੀ। ਵਨ ਐਕਸਟੈਂਸ਼ਨ ਇਜ਼ ਲੀਗਲ। ਇਹਨਾਂ ਨੇ ਇੱਕ ਐਕਸਟੈਂਸ਼ਨ ਤੋਂ ਬਾਅਦ ਮੋਗੇ ਤੋਂ ਬਾਅਦ ਇਹ ਜਗਰਾਉਂ ਲੈ ਗਏ, ਜਗਰਾਉਂ ਤੋਂ ਬਾਅਦ ਫਿਰ ਇਹ ਅੱਗੇ ਸਮਰਾਲੇ ਉੱਥੇ ਲੁਧਿਆਣੇ ਲੈ ਗਏ, ਲੁਧਿਆਣੇ ਤੋਂ ਬਾਅਦ ਸਮਰਾਲੇ ਲੈ ਗਏ, ਸਮਰਾਲੇ ਤੋਂ ਬਾਅਦ ਮੋਰਿੰਡੇ ਲੈ ਗਏ, ਮੋਰਿੰਡੇ ਤੋਂ ਬਾਅਦ ਚੰਡੀਗੜ੍ਹ ਲੈ ਗਏ, ਇਦਾਂ ਹੀ ਅੰਮ੍ਰਿਤਸਰ ਲੈ ਗਏ, ਇਦਾਂ ਹੀ ਪਟਿਆਲੇ ਲੈ ਗਏ, ਇਦਾਂ ਹੀ ਮੁਕਤਸਰ ਚੱਲ ਕੇ ਲੁਧਿਆਣੇ ਲੈ ਗਏ, ਇਦਾਂ ਹੀ ਹਬੋਰੋਂ ਚੱਲ ਕੇ ਅੰਮ੍ਰਿਤਸਰ ਚਲੇ ਗਏ। ਸੋ ਜਸਟਿਸ ਸੂਰਿਆਕਾਂਤ ਨੇ ਆਪਦੀ ਜੱਜਮੈਂਟ 'ਚ ਕਿਹਾ ਕਿ ਮਲਟੀਪਲ ਇਲੀਗਲ ਐਕਸਟੈਂਸ਼ਨ ਜਿਹੜੀਆਂ ਹੈਗੀਆਂ ਇਹ ਇਮੀਡੀਏਟਲੀ ਰੱਦ ਹੋਣੀਆਂ ਚਾਹੀਦੀਆਂ ਨੇ, ਜਿਹੜਾ ਵਾਰ-ਵਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਵੀ ਮੁੱਦਾ ਉੱਠਿਆ ਤੇ ਕਈ ਵਾਰੀ ਸਾਡੇ ਕੰਪਰੋਮਾਈਜ਼ ਚੀਫ ਮਿਨਿਸਟਰ ਨੇ ਫਲੋਰ ਆਫ ਦੀ ਹਾਊਸ ਵੀ ਕਿਹਾ ਕਿ ਇਹ 15 ਦਿਨਾਂ ਦੇ ਵਿੱਚ ਜੋ ਜਸਟਿਸ ਸੂਰਿਆਕਾਂਤ ਦਾ ਹੁਕਮ ਹੈ ਆਨਰੇਬਲ ਹਾਈ ਕੋਰਟ ਦਾ, ਉਹਨੂੰ ਲਾਗੂ ਕਰ ਦਿੱਤਾ ਜਾਏਗਾ। ਔਰ 2012 ਚ ਜੀ 2012 ਚ ਇਹ ਰਹੀ ਤਾਂ ਮਾਫੀਏ ਦੀ ਗੱਲ ਉੱਠਦੀ ਰਹੀ ਨਾ ਜੀ। ਫਿਰ ਇਹ ਸੁਪਰੀਮ ਕੋਰਟ ਚਲੇ ਗਏ ਪਾਰਟੀਆਂ, ਫਿਰ ਸੁਪਰੀਮ ਕੋਰਟ ਨੇ ਵੀ ਹਾਈ ਕੋਰਟ ਦੇ ਫੈਸਲੇ ਤੇ ਮੋਹਰ ਲਾਤੀ ਔਰ ਇਸ ਦੇ ਬਾਵਜੂਦ ਵੀ ਕਿੰਤੂ ਪ੍ਰੰਤੂ ਕਦੇ ਨੋਟਿਸਿਸ ਫਲਾਂ ਇਹ ਉਹ ਪਿੱਛੇ ਜੇ ਮਾਨਯੋਗ ਹਾਈ ਕੋਰਟ 'ਚ ਇਹਨਾਂ ਨੇ ਪਟੀਸ਼ਨ ਪਾਈ ਸੀ, ਉਹਦੇ 'ਚ 38 ਪਟੀਸ਼ਨਰ ਸੀਗੇ 38। ਫਿਰ ਉਹਨਾਂ ਨੇ ਪਟੀਸ਼ਨ ਆਪਦੀ ਵਾਪਸ ਲੈ ਲਈ ਹਾਈ ਕੋਰਟ ਦੇ ਫੈਸਲੇ ਪਹਿਲਾਂ ਕਿ ਅਸੀਂ ਪਟੀਸ਼ਨ ਵਾਪਸ ਲੈ ਲੈਨੇ ਆ, ਲੇਕਿਨ ਸਾਡਾ ਪਟੀਸ਼ਨ ਉਹਨਾਂ ਨੇ ਵਾਪਸ ਲਈ ਤੇ ਹਾਈ ਕੋਰਟ ਨੇ ਐਸਟੀਸੀ ਸਾਹਿਬ ਨੂੰ ਹਦਾਇਤ ਦਿੱਤੀ ਕਿ ਤੁਸੀਂ ਇਹਦੇ ਤੇ ਆਰਡਰ ਪਾਸ ਕਰੋ, ਸਪੀਕਿੰਗ ਆਰਡਰ। ਸੋ ਮੇਰਾ ਖਿਆਲ ਮਾਨਯੋਗ ਹਾਈ ਕੋਰਟ ਨੂੰ ਮੰਨਦੇ ਹੋਏ ਐਸਟੀਸੀ ਸਾਹਿਬ ਨੇ ਆਪਦੇ ਸਪੀਕਿੰਗ ਆਰਡਰ ਪਾਸ ਕੀਤੇ ਤੇ 1 ਲੱਖ ਕਿਲੋਮੀਟਰ, ਇਹ 1 ਲੱਖ ਕਿਲੋਮੀਟਰ ਦਾ ਮਸਲਾ ਹੈ ਜੀ। ਇਲੀਗਲ ਐਕਸਟੈਂਸ਼ਨ 1 ਲੱਖ ਕਿਲੋਮੀਟਰ ਦੀਆਂ ਹੈਗੀਆਂ ਤੇ ਉਹਨਾਂ ਨੂੰ ਕੈਂਸਲ ਕਰ ਦਿੱਤਾ ਗਿਆ ਉਹ ਸਾਰੇ ਪਰਮਿਟਸ ਤੋਂ, ਜਿਹਦੇ ਵਿੱਚੋਂ 602
680 ਦੇ ਕਰੀਬ ਪਰਮਿਟਸ ਹੈਗੇ ਨੇ ਜਿਹੜੇ ਉਹ ਕੈਂਸਲ ਕਰ ਦਿੱਤੇ ਗਏ। ਉਹਨਾਂ ਵਿੱਚੋਂ ਹੁਣ ਜਿਹੜੇ ਕੁਝ ਕੇਸਿਸ ਤੇ ਕੁਝ ਲੋਕਾਂ ਨੇ ਪਹਿਲਾਂ ਹਾਈ ਕੋਰਟ 'ਚ ਗਏ, ਹਾਈ ਕੋਰਟ ਨੇ ਉਹਨਾਂ ਦੀ ਅਪੀਲ ਨੂੰ ਉਹਨਾਂ ਨੇ ਕਿਹਾ ਕਿ ਤੁਹਾਨੂੰ ਅਪੀਲ ਕਰਨ ਦੀ ਸਟਾਰਟ 'ਚ ਜਾਓ ਤੇ ਉੱਥੇ ਤੁਸੀਂ ਅਪੀਲ ਕਰ ਸਕਦੇ ਹੋ। ਹੁਣ ਉਹ ਸਾਡਾ ਇੱਕ ਟ੍ਰਿਬਿਊਨਲ ਸਟਾਰਟ ਹੈਗਾ ਜਿੱਥੇ ਸੈਸ਼ਨ ਜੱਜ ਉਹਦੇ ਹੈਡ ਕਰਦੇ ਨੇ, ਉੱਥੇ ਗਏ ਸੀ। ਉਹਦੇ ਤੇ ਉਹਨਾਂ ਨੂੰ ਸਟੇ ਮਿਲਿਆ 10 ਤਰੀਕ ਤੱਕ। ਅੱਜ ਉਹਦੀ ਫਾਈਨਲ ਸੁਣਵਾਈ ਵੀ ਹੈ ਐਂਡ ਕੁਝ ਪਟੀਸ਼ਨਰ ਉਸ ਤੋਂ ਬਾਅਦ ਵੀ ਗਏ, ਲੇਕਿਨ ਕੁਝ ਪਟੀਸ਼ਨਰ ਜਿਨ੍ਹਾਂ ਦੇ ਅਸੀਂ ਕੈਂਸਲ ਕਰ ਦਿੱਤੇ ਗਏ ਉਹ ਸਾਡੇ ਆਰਟੀਏ ਸਾਹਿਬਾਨਾਂ ਕੋਲੇ ਚਲੇ ਗਏ ਕਿ ਸਾਡਾ ਜਿਹੜਾ ਓਰੀਜਨਲ ਰੂਟ ਹੈ ਉਹ ਸਾਡਾ ਰੱਖ ਲਿਆ ਜਾਵੇ, ਉਹ ਅਸੀਂ ਅਪਲਾਈ ਕਰ ਦਿੰਦੇ ਹਾਂ। ਜਿਹੜਾ ਪਹਿਲਾਂ ਸੀਗਾ ਜਿਹੜੀ ਮਲਟੀਪਲ ਐਕਸਟੈਂਸ਼ਨ ਉਹ ਸਾਡੀ ਕੱਟ ਦਿੱਤੀ ਜਾਵੇ। ਸੋ ਉਹਦੇ ਤੇ ਅਸੀਂ ਕੰਮ ਕਰ ਰਹੇ ਹਾਂ। ਲੇਕਿਨ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਇਹਦੇ ਵਿੱਚ ਕੀ ਹੋਇਆ ਜੀ, ਜੇ ਅਕਤੂਬਰ ਮਹੀਨੇ ਦੀ ਅਸੀਂ ਐਵਰੇਜ ਕਰ ਲਈਏ ਤਾਂ ਪੀਆਰਟੀਸੀ 45 ਰੁਪਏ 25 ਪੈਸੇ रेवेन्यू है जी और पर किलोमीटर 45 रुपए 25 पैसे पीआरटीसी का। ते पंजाब रोडवेज का रेवेन्यू है जी 38 रुपए 10 पैसे पर किलोमीटर। ये लाख किलोमीटर की गल कर रहा मैं, पर मैं अज की एवरेज मुताबक पीआरटीसी 45.25 कमाई रेवेन्यू हो रहा है ते पंजाब रोडवेज नूं 38.10 हो रहा है। यानी कि जे ऑन एन एवरेज आप इन्हां नूं कढ लईए तां 42 रुपए सानू पर किलोमीटर लॉस अज असी डिक्लेयर कर सकते हैं लाख किलोमीटर नू। सो लाख किलोमीटर इज इक्वल टू 42 रुपए, यानी कि 9 सालों दे विच 42 लाख हो गया जी। ये जे डेली का 42 लाख ते अगर 9 साल हो गए इस जजमेंट नू जिहड़ी लागू नहीं की गई 2012 तो लैके टिल टुडे, ये 3285 दिन बन गए जी। जिहड़ी जजमेंट जज साहब के हुक्मां दरम्यान तो बाद ये लागू करनी सी वो लागू नहीं हुई ते 9 साल बाद ये लागू हुई ते 9 साल 3285 दिन पै गए। ते जे 3285 दिनां नूं असीं 9 सालां नाल 42 रुपये नाल गुणा करांगे जिहड़ा सानूं रेवेन्यू लॉस हुंदा रहा एक दिन दा पर किलोमीटर का, ये 1380 करोड़ बन जाएंगे जी। समझ आई जी? टोटल 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 पर डे तो सानू जी 42 लाख किलोमीटर ते 42 लाख रुपए का घाटा हो रहा है ना जी पर डे। साडी कमाई रेवेन्यू जेड़ा है वो 42 रुपये ऑन एन एवरेज पर किलोमीटर है जी। 42 रुपए ते लाख किलोमीटर इलीगल गड्डियां चल रही हैं पर डे 42 लाख हो गया। जे 42 लाख जे वो 42 लाख रुपए नू साढ़े 900 जेडे 3285 दिनां नाल गिनांगे 9 सालां नाल तां फिर आ जाएगा 1380 करोड़। एंड इफ यू कैलकुलेट कि वो जेड़ा 5220 करोड़ रुपया सी ते ओनू 1380 5220 पहला तुहानू दस्सिया ते 1380 ये दस्सिया, ये टोटल 6600 करोड़ रुपया हो गया जी। ਇਹਦੇ ਚ ਮੈਂ ਹਜੇ ਅਹਿਮਦ ਸ਼ਾਹ ਅਬਦਾਲੀ ਦੀ ਕਮਾਈ ਦੀ ਗੱਲ ਨਹੀਂ ਕੀਤੀ ਕਿ ਉਹਨੇ ਹੋਰ ਕੀ ਕੀਤਾ। ਇਹ ਤਾਂ ਮੈਂ ਕਹਿ ਰਿਹਾ ਕਿ ਸਿੱਧਾ ਤੇ ਸਿੱਧਾ 6600 ਕਰੋੜ ਰੁਪਏ ਦਾ ਹੁਣ ਤੱਕ ਚੂਨਾ ਰਾਜਨੀ ਸੇਵਾ ਕਰਨ ਵਾਲਿਆਂ ਨੇ ਪੰਜਾਬ ਨੂੰ ਲਾ ਦਿੱਤਾ ਹੈ, ਜਿਹੜੇ ਦੁਬਾਰਾ ਰਾਜ ਦੀ ਕਲਪਨਾ ਕਰ ਰਹੇ ਨੇ। ਤੇ ਜੇ ਜਨਾਬ ਅਸੀਂ ਹੁਣ ਅਗਲੀ, ਕਿਉਂਕਿ ਇਹ ਕੈਲਕੂਲੇਸ਼ਨ ਦੇਣੀ ਤੁਹਾਨੂੰ ਬੜੀ ਜ਼ਰੂਰੀ ਸੀ, ਜੇ 6600 ਕਰੋੜ ਰੁਪਇਆ ਸਾਡੇ ਕੋਲੇ ਰੈਵਨਿਊ ਆ ਜਾਂਦਾ ਤਾਂ ਇਹਦੇ ਨਾਲ ਮੈਂ 27 ਲੱਖ ਰੁਪਏ ਦੀ ਅੱਜ ਇੱਕ ਬੱਸ ਦੀ ਕੀਮਤ ਹੈ ਬੋਡੀ ਲਗਾ ਕੇ, ਤੁਸੀਂ 30 ਵੀ ਲਾ ਲਓ ਹਾਇਰ ਸਾਈਡ ਦੀ ਆਰਡੀਨਰੀ ਬੱਸ ਹੈ, ਉਹਦੀ ਕੀਮਤ 27 ਲੱਖ ਰੁਪਇਆ ਚੈਸੀ ਤੋਂ ਲੈ ਕੇ ਬੋਡੀ ਕੰਪਲੀਟ ਕਰਕੇ 27 ਲੱਖ ਰੁਪਇਆ ਸਾਨੂੰ ਆ ਰਹੀ ਹੈ, ਕਿਉਂਕਿ 842 ਬੱਸਾਂ ਦਾ ਨਵੇਂ ਦਾ ਆਰਡਰ ਦਿੱਤਾ ਹੋਇਆ ਹੈ। ਵੱਧ ਤੋਂ ਵੱਧ ਵੀ ਲਾ ਲਓ, ਹੋਰ ਵੀ ਤੁਸੀਂ 30 ਲਾ ਲਓ, 24000 ਬੱਸ ਮੈਂ ਨਵੀਂ ਖਰੀਦ ਸਕਦਾ ਸੀ
24,000 बस इस 600 करोड़ रुपए नाल मैं नवी खरीद सकता सी। 24,000 बस, 24,000 तुसी कर लो ना जी, 600 करोड़ गुणा 30 तो ये इत्थे बन जाना जी काम। मैं ये कैलकुलेट करके आया ते तकरीबन जे 24,000 मैं बंदा बस खरीदा तो मैनू ड्राइवर कंडक्टर भी चाहिए जी, ते 50,000 बंदे नू मैं रोजगार दे सकदा सी सीधा 50,000। ठीक है, अज कह देंगे, कई कह देंगे खजाना खाली है, खजाना खाली है। आप तो देख लो जी, मैनू लगता खजाना खाली किया जाता, खजाना खाली नहीं है। खजाने नू भरन वाला सिस्टम ते थोड़ा दिमाग चाहिए, खजाना भरिया जा सकता है। सो तकरीबन 50,000 लोगों नू नौकरियां दित्तियां जा सकदियां सन। नवे बस स्टैंड वर्कशॉप बना सकते सी, इंफ्रा च नवा सुधार लिया सकते सी। जे अज असी साडे कोले टोटल फ्लीट है जी पीआरटीसी तो 1100 बसां साडे कोले ते 1550 5 बस दियां साडे कोले बसां 2650 नाल असी आ कुछ कर सकते हैं। ते जे 24,000 बसां दा फ्लीट हुंदा असी करदे की, हर पिंड दे कस्बे तो बस चलदी, हर पिंड तो पीआरटीसी ते 5 बस चलदी। अज साडियां बसां नहीं है, बसां करके सानू जेडे परमिट सरेंडर करने पे। साडियां बसेस मेन जगह ते चलदियां, हाईवेज ते चलदियां। साडे कोले जेडे छोटे पिंडां दे जां लोकल रूट्स ने बहुत घट ने। ते अज पंजाब दे हर पिंड चों 12,000 12,500 के करीब पिंड है, हर बस चों 2-2 बसां असी नवियां चला सकते सां। एरा ये नुकसान होया जी जो सारे दा सारा। और मैं तो वो वड्डे लोग ने, उन्होंने बहुत वड्डे वड्डे हथ ने, वो किथे किथे मैनेज करते हैं, ये थानू पता है सारी गल दा। सो मैं थानू ये बेनती करांगा कि इन्हां लोगों ने जिहड़ा पंजाब सरकार नू इन्ना वड्डा घाटा ते नुकसान कीता है, मैं इहदे बारे भी एक रिपोर्ट तैयार कर रहा हाँ। और रिपोर्ट तैयार करके जिहड़े ऑफिसर साहबान जां उस डिपार्टमेंट के लोग इहदे च इन्वॉल्व सन, जां वो लोग जिन्हां ने कीता जां उन्हां तो कराया, वो असी जल्दी ही, मेरी कल होम मिनिस्टर साहब नाल गल हुई है, मुख मंत्री साहब नाल गल हुई है, वो असी इंक्वायरी असी विजिलेंस नू जां सिट बना के हायर अथॉरिटी नू देण वाले हैं, तां जो टाइम बाउंड इंक्वायरी होके जिन्हां लोगों ने ये इल्जाम इत्थे तक पहुंचाया उन्हां ते बनदी कार्रवाई होनी चाहिए। सो अज दा यही सीगा कि थानू मैं सारे इस बारे चानन पावां। किसी दे कोई क्वेश्चंस हैगे तो वड़िंग साहब जिन्हां तुसीं नसीहत दे रहे सी कि खजाना खाली है, भरिया इस तरीके नाल जा सकदा है, उन्हां दीयां बसां दा टैक्स आया होया सर? किन्हां दी गल कर रहे हो जनाब? मैं उन्हां नू गल कर रहा जिहड़े लोग कहंदे कि कई बारी असीं स्कीम्स लागू कर रहे हैं, जरा रोज जरा सुबीर बादल कह रहे कि इन्हां दे तां खजाने च पैसे है नहीं, ये किद्दां करनगे। अच्छा, मनप्रीत बादल की नहीं मैं गल कर रहा, पर मनप्रीत सिंह बादल का जिहड़ा टैक्स है आई थिंक सो हजे तक नहीं आया। उन्होंने ट्रिब्यून च खबर भी लगी सी, उन्होंने कहा कि मैं जल्दी टैक्स आपका जिहड़ा हैगा वो भर देंगा। मेरा ख्याल 13 लाख के करीब है जी रघुराज ट्रांसपोर्ट का सर। ये जिंदा जागदा प्रूफ जिहड़ा थोड़े मीडिया वाले लोग रात 1 बजे 12-1 बजे मेरे नाल सी। मैं किसी नाल कोई ऐसा वितकरा नहीं, जिहड़ी बस आएगी असीं उहनूं चैक करीए, जिहड़ा जिहड़ी नॉर्म्स की उलंघना कर रही सी वो फड़ के इंपाउंड। रात 9 बसेस थोड़े 2 पत्रकार साथी साडे नाल उत्थे मौजूद सन। सो किसी नाल कोई वितकरा नहीं, और ये नहीं है कि फलाने की बस फड़नी है फलाने की नहीं। अज भी कुछ पत्रकार साथी मेरे नाल सुबह 8 बजे तो लैके राजपुरा तक सन। असी ਜਿਹੜੀਆਂ नॉर्म्स ਦੇ ਉਲੰਘਣਾ कर रही सी बसां ਉਹਨਾਂ ਨੂੰ ਫੜ ਲਿਆ ਗਿਆ। ਇਹ ਨਹੀਂ ਕਿ ਕੋਈ ਫਲਾਣੇ ਦੀ ਆ ਗਈ ਤਾਂ ਛੱਡ ਦਿੱਤਾ ਗਿਆ। ਉਹ ਬੇਫਜ਼ੂਲ ਬੇਵਜ੍ਹਾ ਜਿਹੜਾ ਇਲਜ਼ਾਮ ਲਾਇਆ ਜਾ ਰਿਹਾ। एक सेकंड सर, दिल्ली एयरपोर्ट का बसिस वाला साहब मैं असी अरविंद केजरीवाल जी को चिट्ठी लिखी एंड आफ्टर दैट वो चिट्ठी थोनू ट्विटर ते भी पाई। नाल ही नाल असी एयरपोर्ट अथॉरिटी नूं ते ज्योतिराजे सिंधिया जी नूं असी चिट्ठी लिखी।
ਔਰ ਜੋਤੀਰਾਜੇ ਸਿੰਧੀਆ ਜੀ ਦੀ ਚਿੱਠੀ ਦਾ ਜਵਾਬ ਆਇਆ ਕਿ ਸਾਨੂੰ 에ਅਰਪੋਰਟ ਅਥਾਰਟੀ ਨੂੰ ਡਾਇਲ ਨੂੰ ਕੋਈ ਪ੍ਰੋਬਲਮ ਨਹੀਂ ਹੈ ਤੁਹਾਡੇ ਇੱਥੇ ਆਉਣ 'ਚ, ਲੇਕਿਨ ਤੁਸੀਂ ਪੰਜਾਬ ਜਿਹੜੀ ਹੈ ਦਿੱਲੀ ਸਰਕਾਰ ਨਾਲ ਆਪਦਾ ਮਸਲਾ ਸੁਲਝਾ ਲਿਆ ਜਾਵੇ। ਮੈਂ 2 ਚਿੱਠੀਆਂ ਲਿਖਣ ਦੇ ਬਾਵਜੂਦ, ਇਸ ਤੋਂ ਪਹਿਲਾਂ ਵੀ ਵਾਰ-ਵਾਰ ਚਿੱਠੀਆਂ ਸਾਡੇ ਪੁਰਾਣੇ ਮੰਤਰੀ ਸਾਹਿਬਾਨਾਂ ਵੱਲੋਂ ਲਿਖੀਆਂ ਗਈਆਂ, ਕੋਈ ਜਵਾਬ ਨਹੀਂ ਆਇਆ। ਸੋ ਮੈਨੂੰ ਲੱਗਦਾ ਕਿ ਅਸੀਂ ਹੁਣ ਉਹਦਾ ਗੱਲਬਾਤ ਦਾ ਜ਼ਰੀਆ ਬਣਾਇਆ, ਵਾਰੀ-ਵਾਰੀ ਟਵੀਟ ਵੀ ਕੀਤਾ, ਨਹੀਂ ਕੋਈ ਚਿੱਠੀ ਦਾ ਜਵਾਬ ਆਇਆ, ਲੇਕਿਨ ਜਲਦੀ ਦਿੱਲੀ ਸਰਕਾਰ ਨਾਲ ਅਸੀਂ ਕੇਜਰੀਵਾਲ ਸਾਹਿਬ ਦਾ ਔਰ ਇੱਥੋਂ ਪਿਆਰ ਵੀ ਪਤਾ ਲੱਗ ਰਿਹਾ ਹੈ ਪੰਜਾਬ ਦੇ ਲੋਕਾਂ ਨਾਲ। ਔਰ ਮਾਫੀਆ ਦੀ ਜਿਹੜੀ ਉਹ ਗੱਲ ਕਰਦੇ ਹੈ, ਮਾਫੀਆ ਦੀਆਂ ਔਰ ਇਹਨਾਂ ਲੋਕਾਂ ਦੀਆਂ ਬੱਸਿਸ ਤਾਂ 에ਅਰਪੋਰਟ ਤੱਕ ਡਾਇਰੈਕਟ ਜਾਂਦੀਆਂ, ਪ੍ਰਾਈਵੇਟ ਬੱਸਿਸ। ਸਾਡੀ ਬੱਸ ਉੱਥੋਂ ਤੱਕ ਨਹੀਂ ਜਾਣ ਦਿੱਤੀ ਜਾ ਰਹੀ। ਉਹਦੇ 'ਚ ਤੁਸੀਂ ਸਾਫ਼ ਨਜ਼ਰ ਆਉਂਦਾ ਹੈ ਕਿ ਜਿਹੜੀ ਉਹ ਕਹਿ ਕੇ ਕਰਦੇ ਨੇ, ਫਿਰ ਪੰਜਾਬ ਆ ਕੇ ਮਾਫੀਆ ਦੀ ਗੱਲ ਕਰ ਰਹੇ ਨੇ। ਉਲਟਾ ਉਹ ਲੋਕ ਮਾਫੀਆ ਨਾਲ ਮਿਲੇ ਹੋਏ ਹੈ, ਉਹੀ ਲੋਕ ਇਹਨਾਂ ਵੱਡੇ ਲੋਕਾਂ ਨਾਲ ਮਿਲੇ ਹੋਏ ਆ। ਉਹਨਾਂ ਦੀਆਂ ਬੱਸਾਂ 에ਅਰਪੋਰਟ ਤੇ ਜਾਂਦੀਆਂ ਔਰ ਪੰਜਾਬ ਸਰਕਾਰ ਦੀਆਂ ਬੱਸਾਂ ਨੂੰ 에ਅਰਪੋਰਟ ਤੇ ਜਾਣ ਦੀ ਇਜਾਜ਼ਤ ਨਹੀਂ ਹੈ। ਪਰ ਇਹਦੀ ਦਿੱਲੀ ਸਰਕਾਰ ਕੋਲੇ ਜੇ ਉਹ ਨਹੀਂ ਬੁਲਾਉਣਗੇ ਤਾਂ ਅਸੀਂ ਆਪਣੇ ਆਪ ਚਲੇ ਜਾਵਾਂਗੇ। ਇਹਦਾ ਕੋਈ ਨਾ ਕੋਈ ਜਲਦੀ ਕਰਾਉਣ ਦੀ ਕੋਸ਼ਿਸ਼ ਕਰਾਂਗੇ। हाँ जी, एक मिनट सर, ਤੇਲ ਦੀਆਂ ਕੀਮਤਾਂ ਦੇ ਨਾਲ ਵੱਖ-ਵੱਖ ਰੇਟ ਜਿਹੜੇ ਨੇ ਉੱਪਰ ਨੀਚੇ ਹੁੰਦੇ ਰਹਿੰਦੇ। ਤੁਹਾਡੀ ਹੁਣ ਸਰਕਾਰ ਨੇ ਤੇਲ ਦੀਆਂ ਕੀਮਤਾਂ ਦੇ ਵਿੱਚ ਉਹਦੇ ਨਾਲ ਕਟੌਤੀ ਕੀਤੀ ਹੈ, ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਏ ਨੇ, ਕਿ ਬੱਸ ਕਿਰਾਇਆ ਵੀ ਘਟਾਉਣ ਬਾਰੇ ਤੁਸੀਂ ਸੋਚ ਰਹੇ ਹੋ? ਲੋਕਾਂ ਨੂੰ ਇਹ ਰਾਹਤ ਦਿੱਤੀ ਜਾਊਗੀ? ਨਹੀਂ ਜੀ, ਇਹਦੇ ਬਾਰੇ ਕੋਈ ਜਿਹੜੀ ਪਹਿਲਾਂ ਕਈਆਂ ਬੱਸ ਆਪਰੇਟਰਸ ਦੇ ਇਤਰਾਜ਼ ਸੀ ਕਿ ਕਾਫੀ ਵਾਰੀ ਜਿਹੜਾ ਫਿਊਲ ਪ੍ਰਾਈਸ ਦਾ ਉਹ ਵਧਿਆ, ਟੂ ਬੀ ਵੈਰੀ ਓਨੈਸਟ, ਤੇ ਸਾਡਾ ਟਿਕਟ ਦਾ ਰੇਟ ਨਹੀਂ ਵਧਾਇਆ ਗਿਆ। ਇਹਦੇ ਵਾਸਤੇ ਹਜੇ ਕੋਈ ਐਸੀ ਤਜਵੀਜ਼ ਨਹੀਂ ਹੈ ਜੀ। ਰਾਜਾ ਸਾਹਿਬ ਕਿਹਾ ਕਿ 6600 ਕਰੋੜ ਦਾ 6600 ਕਰੋੜ ਦੀ ਚੋਰੀ ਹੋਈ ਹੈ, ਉਹਦੇ ਕਾਫੀ ਅਫਸਰ ਵੀ ਇਨਵੋਲਵ ਨੇ। ਤੁਸੀਂ ਲਿਸਟ ਦੇ ਸਕਦੇ ਹੋ ਕਿਹੜੇ ਅਫਸਰ ਕਿਸ ਰਹਿੰਦੇ, ਕਿੰਨੇ ਅਫਸਰ ਨੇ ਉਹਦੇ ਵਿੱਚ? ਨਹੀਂ ਜੀ, ਇਟਸ ਅ ਮੈਟਰ ਆਫ ਇਨਕੁਆਇਰੀ। ਤੁਹਾਨੂੰ ਜਲਦੀ ਜਦੋਂ ਅਸੀਂ ਦੇਵਾਂਗੇ ਇਹ ਕਿਹੜੇ ਆਫੀਸਰ ਇਨਵੋਲਵਡ ਹੈ, ਮੇਰੇ ਕੋਲੇ ਇਹਦੀ ਲਿਸਟ ਨਹੀਂ ਹੈ, ਲੇਕਿਨ ਅਸੀਂ ਇਹ ਜਦੋਂ ਇਨਕੁਆਇਰੀ ਦੇਵਾਂਗੇ, ਜਿਸ ਵੀ ਪਾਰਟਿਕੂਲਰ ਵਿਜੀਲੈਂਸ ਜਾਂ ਕੋਈ ਸੈੱਟ ਬਣਾ ਕੇ ਦੇਵਾਂਗੇ, ਉਹ ਕਰਕੇ ਦੱਸਣਗੇ ਕਿ ਕਿਹੜੇ ਅਫਸਰ ਕਿਹੜੇ ਸਮੇਂ ਕੀ ਉਹਨਾਂ ਨੇ ਗਲਤੀਆਂ ਕੀਤੀਆਂ ਔਰ ਕਿਉਂ ਇਹ ਕੰਮ ਕੀਤਾ। ਇੱਕ ਮਿੰਟ ਉਹ ਕੰਪਲੀਟ ਤਾਂ ਕਰ ਲਈ। ਜਦੋਂ ਤੁਸੀਂ ਟਰਾਂਸਪੋਰਟ ਮੰਤਰੀ ਬਣੇ ਹੋ ਤੇ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਗਰਾਊਂਡ ਲੈਵਲ ਤੇ ਹੋਈ ਹੈ ਤੇ ਉਹ ਇਹ ਹੋਈ ਹੈ ਕਿ ਕਰਪਸ਼ਨ ਹੈ ਜਿਹੜੀ ਕਾਫੀ ਘਟੀ ਹੈ ਔਰ ਨਾਲ ਦੀ ਨਾਲ ਜਿਹੜੇ ਅਧਿਕਾਰੀ ਨੇ ਉਹ ਵੀ ਟਾਈਮ ਤੇ ਆਉਣਾ ਸ਼ੁਰੂ ਹੋ ਗਏ ਨੇ। ਪਰ ਇਹ ਦੀ ਨਾਲ ਮੈਂ ਇੱਕ ਤੁਹਾਡੇ ਧਿਆਨ ਦੇ ਵਿੱਚ ਮਾਮਲਾ ਲਿਆਉਣਾ ਚਾਹਾਂਗੀ ਸਰ। ਡਬਲ ਟੈਕਰ ਬੱਸਾਂ ਨੇ, ਇਹ ਜਿਹੜੀਆਂ ਬੱਸਾਂ ਨੇ ਸਰ ਫੇਸ 6 ਮੋਹਾਲੀ ਦੇ ਥਾਣੇ ਦੇ ਵਿੱਚ ਜਿਹੜੇ ਨਾਲ ਦੇ ਥਾਣੇ ਨੇ, ਜਿਨ੍ਹਾਂ ਦੇ ਵਿੱਚ ਫੇਸ 1 ਦਾ ਥਾਣਾ ਹੈ, ਮਟੌਰ ਦਾ ਥਾਣਾ ਹੈ, ਸੁਹਾਣੀ ਦਾ ਥਾਣਾ ਹੈ, ਫੇਸ 11 ਦਾ ਥਾਣਾ ਹੈ। ਤੇ ਇਹਨਾਂ ਦੇ ਨਾਲ ਜਿਹੜੀਆਂ ਇਹ ਬੱਸਾਂ ਖੜਦੀਆਂ ਨੇ ਤੇ ਇਹਨਾਂ ਤੋਂ ਜਿਹੜੇ ਹੈਗੇ ਨੇ 1200 ਰੁਪਏ ਤੋਂ ਲੈ ਕੇ 1500 ਰੁਪਏ ਵਸੂਲਿਆ ਜਾਂਦਾ। ਸਰਕਾਰੀ ਪਾਰਕਿੰਗ ਦੇ ਵਿੱਚ ਇਹ ਬੱਸਾਂ ਖੜਦੀਆਂ ਨੇ, ਇਹਨਾਂ ਦੀ ਖਿਲਾਫ ਕੋਈ ਨਾ ਕੋਈ ਜਿਹੜੀ ਕਾਰਵਾਈ ਕੀਤੀ ਜ਼ਰੂਰ ਕਾਰਵਾਈ ਹੋਏਗੀ ਮੈਮ। ਅੱਜ ਮਟੌਰ ਦਾ ਥਾਣਾ ਜਾ ਕੇ ਵੇਖੋਗੇ ਤਾਂ ਬੱਸਾਂ ਨਾਲ ਭਰਿਆ ਪਿਆ, 1.5 ਕਰੋੜ ਦੀਆਂ ਬੱਸਾਂ ਨਾਲ। ਅੱਜ ਹੀ ਜਾ ਕੇ ਵੇਖਿਆ ਉਹ, ਕਿਉਂਕਿ ਰਾਤ ਮਟੌਰ ਦੇ ਥਾਣੇ 'ਚ ਅਸੀਂ ਸਾਰੀਆਂ ਫੜ ਕੇ ਬੱਸਾਂ ਕਰਾਂਗੇ। ਪੰਜਾਬ ਦੇ ਜਿਹੜੀਆਂ ਸਲੀਪਰ ਬੱਸਾਂ ਨੇ ਉਹ ਹਾਈ ਕੋਰਟ ਹੈ ਵੀ ਔਰ ਪੀਆਈ ਪਈ ਸੀ, ਉਸ ਤੋਂ ਬਾਅਦ ਉਹ ਇਲੀਗਲ ਨੇ। ਸਾਡੇ ਵਾਹੀਕਲ ਐਕਟ ਦੇ ਵਿੱਚ ਕਿਤੇ ਪ੍ਰੋਵੀਜ਼ਨ ਨਹੀਂ ਹੈ। ਉਹ ਸਿਰਫ ਰਾਜਸਥਾਨ 'ਚ ਪਾਸ ਹੁੰਦੀਆਂ ਜਾਂ ਨਾਗਾਲੈਂਡ 'ਚ ਪਾਸ ਹੁੰਦੀਆਂ ਨੇ। ਹਿਮਾਚਲ ਗਵਰਨਮੈਂਟ ਨੇ ਨੋਟੀਫਿਕੇਸ਼ਨ ਜਾਰੀ ਕਰਤਾ, ਉੱਥੇ ਨਹੀਂ ਚੱਲਦੀਆਂ, ਪਰ ਪੰਜਾਬ ਦੇ ਵਿੱਚ ਚੱਲ ਰਹੀ ਹੈ, ਜਦੋਂ ਕਿ ਤੁਹਾਡੇ ਜਿਹੜਾ ਵਾਹੀਕਲ ਐਕਟ 'ਚ ਪ੍ਰੋਵੀਜ਼ਨ ਨਹੀਂ ਹੈ ਉਹਦੀ। ਪਰ ਸਲੀਪਰ ਕਲਾਸ ਬਾਰੇ ਸਲੀਪਰ ਇਟਸ ਅ ਨਾਟ ਟੂਰਿਸਟ ਰਾਈਟ, ਪਰ ਟੂਰਿਸਟ ਵਾਲਾ ਤਾਂ ਫਿਰ ਸਾਨੂੰ ਜਿਹੜੀ ਐਂਟਰੀ ਟੈਕਸ 5500 ਰੁਪਇਆ ਕੋਈ ਵੀ ਬੱਸ ਆ ਉਹ ਸਾਨੂੰ ਭਰਦੀ ਹੈ। ਜਿਹੜੀ ਬੱਸ ਨਹੀਂ ਭਰਦੀ, ਕੱਲ ਵੀ ਟੂਰਿਸਟ ਬੱਸਾਂ ਅਸੀਂ ਫੜੀਆਂ ਕਿਉਂਕਿ ਉਹ ਕੰਟਰੈਕਟ ਕੈਰੇਜ ਦੇ ਹਿਸਾਬ ਨਾਲ ਉਹਨਾਂ ਕੋਲੇ ਪਰਮਿਟ ਹੈਗਾ ਕਿ ਇੱਕ ਤਾਂ ਵਾਇਲੇਸ਼ਨ ਨਹੀਂ ਹੈ ਜਦੋਂ ਹਾਈ ਕੋਰਟ ਕਹਿ ਚੁੱਕੀ ਹੈ। ਆਈ ਐਮ ਨਾਟ ਅਵੇਅਰ ਕਿ ਨਹੀਂ ਮੈਂ ਜਿਹੜਾ ਹਾਂ ਸਿਰਫ ਨਾਗਾਲੈਂਡ ਪਾਸ ਹੁੰਦੀ ਹੈ ਜਾਂ ਰਾਜਸਥਾਨ 'ਚ ਪਾਸ ਨਹੀਂ, ਮੈਨੂੰ ਇਸ ਬਾਰੇ ਜਿਹੜੀ ਤੁਸੀਂ ਸਲੀਪਰ ਕਲਾਸ ਦੀ ਗੱਲ ਕੀਤੀ ਹੈ ਉਹਦੇ ਬਾਰੇ ਮੈਨੂੰ ਉਹਦੀ ਜਾਣਕਾਰੀ ਨਹੀਂ ਹੈ ਕਿ ਹਾਈ ਕੋਰਟ ਦੇ ਕੋਈ ਆਰਡਰ ਹੈਗੇ। ਲੇਕਿਨ ਅਗਰ ਉਹ ਕੰਟਰੈਕਟ ਕੈਰੇਜ ਤੇ ਚੱਲਦੀਆਂ, ਉਹ ਟੂਰਿਸਟ ਬੱਸਾਂ ਹੈ ਜਿਹੜੀਆਂ ਕੰਟਰੈਕਟ ਕੈਰੇਜ ਤੇ ਚੱਲਦੀਆਂ ਹੈ, ਉਹਨਾਂ ਨੇ ਸਾਨੂੰ ਐਂਟਰੀ ਤੇ 5500 ਰੁਪਏ ਦਾ ਟੈਕਸ ਭਰਨਾ ਹੁੰਦਾ ਹੈ, ਜਾਂ 3 ਮਹੀਨੇ ਦਾ ਲਮਸਮ 90000 ਰੁਪਇਆ। I'm not aware, ਪਰ ਚੈੱਕ ਕਰ ਲਾਂਗੇ ਜੀ ਸ਼ਿਵਾ ਜੀ। ਇੱਕ ਮਿੰਟ ਸਰ, ਬਹੁਤ ਚਿਰ ਦੇ ਤੁਸੀਂ ਇਹ ਗੱਲ ਕਹਿ ਰਹੇ ਆ ਕਿ ਜਿਹੜੇ ਲੋਕਾਂ ਨੇ, ਜਿਹੜੇ ਅਧਿਕਾਰੀਆਂ ਨੇ, ਮੁਲਾਜ਼ਮਾਂ ਨੇ ਇਹਦੇ ਵਿੱਚ ਹੇਰਾਫੇਰੀ ਕੀਤੀ ਆ ਜਾਂ ਮਾਫੀਆ ਦਾ ਸਰਗਣਾ ਦੇ ਜਿਹੜੇ ਹੈਗਾ ਤਾਂ ਸਾਥ ਦਿੱਤਾ, ਉਹ ਸਵਾਲ ਪੁੱਛ ਰਹੇ ਨੇ ਚਾਵਲਾ ਸਾਹਿਬ, ਉਹਨੂੰ ਮੈਂ ਅੱਗੇ ਕੰਟੀਨਿਊ ਕਰ ਰਿਹਾ
ਇਸ ਸਾਰੀ ਜਿਹੜੀ ਤੁਸੀਂ ਸਿੱਟ ਬਣਾਓਗੇ, ਜਾਂਚ ਕਰਾਂਗੇ, ਇਹਦੇ ਵਿੱਚੋਂ ਕਲਰਕ, ਜੂਨੀਅਰ ਅਸਿਸਟੈਂਟ ਜਿਹੜੇ ਛੋਟੇ ਆ ਉਹੀ ਬੜੀ ਦੇ ਬੱਕਰੇ ਬਣਾਏ ਜਾਣਗੇ ਕਿ ਜਿਹੜੇ ਟੌਪ ਲੈਵਲ ਦੇ ਅਧਿਕਾਰੀ ਆ ਉਹਨਾਂ ਪਰ ਵੀ ਕਾਰਵਾਈ ਹੋਵੇਗੀ? ਦੇਖੋ ਜੀ, ਜਿਹਨੇ ਅਥਾਰਟੀ ਨੇ ਜਿਹਨੂੰ ਫੜਿਆ, ਚੈੱਕ ਕੀਤਾ, ਜਿਹਦੇ ਸਾਈਨ ਹੋਣਗੇ, ਜਿਹਨੇ ਉਹਦੀ ਉਲੰਘਣਾ ਕੀਤੀ, ਹੁਣ ਜਿਸ ਬੰਦੇ ਨੇ ਮੰਨ ਲਓ ਮੈਂ ਤੁਹਾਨੂੰ ਆਰਡਰ ਦੇਤੇ ਕੋਈ ਕੰਮ ਕਰਨ ਨੂੰ, ਬਿਲਕੁਲ ਨਾ ਕਰਦੇ ਤੁਸੀਂ ਅਗਰ ਗਲਤ ਸੀਗਾ ਤਾਂ, ਚਾਹੇ ਉਹ ਛੋਟਾ ਆਏਗਾ ਚਾਹੇ ਉਹ ਵੱਡਾ ਆਏਗਾ, ਸਭ ਨਾਲ ਇੱਕੋ ਜਿਹਾ ਉਹ ਰੱਖਿਆ ਜਾਏਗਾ। ਲੇਕਿਨ ਕਾਨੂੰਨ ਤਾਂ ਸਿਸਟਮ ਤਾਂ ਇਹ ਵੇਖਦਾ ਨਾ ਕਿ ਪ੍ਰੂਫ ਦੇ ਆਧਾਰ ਤੇ ਉਹਦੇ ਤੇ ਕਾਰਵਾਈ ਹੋਊਗੀ। ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਇਕੱਲੇ ਵੱਡਿਆਂ ਦੀ ਹੋਊਗੀ ਤੇ ਇਕੱਲੇ ਛੋਟਿਆਂ ਦੀ ਨਹੀਂ ਹੋਏਗੀ, ਜਾਂ ਇਕੱਲੇ ਛੋਟਿਆਂ ਦੀ ਹੋਏਗੀ ਤੇ ਵੱਡਿਆਂ ਤੇ ਨਹੀਂ ਹੋਏਗੀ, ਇਹ ਮੈਂ ਅੱਜ ਨਹੀਂ ਨਾ ਕਹਿ ਸਕਦਾ। ਬੜੇ ਸਰ ਮੈਂ ਇਸੇ ਗੱਲ ਨੂੰ ਅੱਗੇ ਵਧਾਉਣਾ ਚਾਹੁੰਦਾ, ਚਾਵਲਾ ਸਾਹਿਬ ਛਿਪੜ ਹੋਣਾ ਜਿਹੜੀ ਗੱਲ ਕੀਤੀ, ਚਿੰਤਾ ਵਾਲੀ ਗੱਲ ਹੈ। ਪਹਿਲੀ ਗੱਲ ਤੇ ਮੁਬਾਰਕਾਂ, ਜਦੋਂ ਕੋਈ ਮੰਤਰੀ ਪ੍ਰੈਸ ਕਾਨਫਰੰਸ ਕਰਦਾ ਤੇ ਪਤਾ ਲੱਗ ਜਾਂਦਾ, ਲੱਗਦਾ ਵੀ 9-10 ਸਾਲ ਦੇ ਅੰਕੜੇ ਤੁਸੀਂ ਆਪ ਹੀ ਕੱਢ ਕੇ ਲਿਆਏ, ਜਿਹੜੇ ਪੜ੍ਹੇ ਪੜ੍ਹਾਏ ਸੀਗੇ, ਚੰਗੀ ਗੱਲ ਹੈ। ਬੇਨਤੀ ਫਿਰ ਉਹੀ ਹੈ ਵੀ 6600 ਕਰੋੜ ਰੁਪਏ ਦਾ ਟਰਾਂਸਪੋਰਟ ਤੇ ਘਪਲਾ ਹੋਇਆ, ਮਾਫੀਆ ਸੀ, ਇਹ ਬੱਸਾਂ ਚੱਲਦੀਆਂ ਸੀ, ਸਾਰਿਆਂ ਨੂੰ ਪਤਾ ਹੈ। ਬੜੇ ਸਰ ਤੁਹਾਨੂੰ ਵੀ ਪਤਾ ਹੋਊਗਾ ਕਿਹੜੇ ਅਫਸਰ ਲਗਾਤਾਰ ਪੰਜਾਬ ਨੂੰ ਚੂਸਦੇ ਰਹੇ ਸੀ। ਸਾਰਿਆਂ ਵੱਲੋਂ ਇਹੀ ਬੇਨਤੀ ਹੈ ਵੀ ਜੇ ਵੜਿੰਗ ਨੇ ਸੱਚੀ ਮੁੱਚੀ ਰਾਜਾ ਬਣਨਾ, 6600 ਕਰੋੜ ਤੇ ਆ ਗਿਆ, ਜੇ ਉਹਨਾਂ ਦੇ ਜੇਬਾਂ 'ਚ ਪਿਆ ਰਹੇ ਤੇ ਫਾਇਦਾ ਕੋਈ ਨਹੀਂਗਾ। ਪਹਿਲੀ ਗੱਲ ਤੇ ਸਿੱਟ ਏਦਾਂ ਦੀ ਬਣਨੀ ਚਾਹੀਦੀ ਹੈ ਵੀ ਲੱਗੇ ਕੁਛ ਪੱਲੇ ਪਵੇ। ਦੂਸਰੀ ਮੇਰੀ ਬੇਨਤੀ ਛੋਟੀ ਜਿਹੀ ਹੈ ਕਿ ਡਿਊਟੀ ਪ੍ਰਸ਼ਾਸਨ 'ਚ ਪੰਜਾਬ ਦੇ 2 ਡੈਪੂਟੇਸ਼ਨ ਕੋਟੇ ਦੀਆਂ ਪੋਸਟਾਂ, ਇੱਕ ਜਨਰਲ ਮੈਨੇਜਰ ਤੇ ਸ਼ਾਇਦ ਇੱਕ ਵਰਕਸ ਮੈਨੇਜਰ ਦੀਆਂ। ਬੜੀ ਦੁੱਖ ਦੀ ਗੱਲ ਹੈ ਵੀ ਤੁਹਾਡੇ ਵਿਭਾਗ ਦੇ ਅਧਿਕਾਰੀਆਂ ਨੇ 4-5 ਸਾਲ ਪਹਿਲਾਂ ਡਿਊਟੀ ਪ੍ਰਸ਼ਾਸਨ ਨੇ ਪੈਨਲ ਮੰਗਿਆ, ਕਹਿੰਦੇ ਸਾਡੇ ਕੋਲ ਹੈ ਨਹੀਂ, ਤੁਸੀਂ ਆਪੇ ਕਰ ਲਓ। ਉੱਥੇ ਹਰਿਆਣੇ ਤੇ ਡਿਊਟੀ ਦੇ ਬੰਦੇ ਲੱਗੇ ਨੇ। ਕਾਈਂਡਲੀ ਇਹੋ ਜਿਹੇ ਅਫਸਰਾਂ ਨੂੰ ਵਰਜੋ ਤੇ ਪੰਜਾਬ ਚੰਡੀਗੜ੍ਹ 'ਚ 2 ਬੰਦੇ ਜ਼ਰੂਰ ਭੇਜੋ ਤਾਂ ਜੋ ਸਾਡਾ ਉੱਥੇ ਅਧਿਕਾਰ ਬਣਿਆ। ਬਾਈ ਮੰਡੇ ਭੇਜ ਦਿਆਂਗੇ ਜੀ, ਤੁਸੀਂ ਧਿਆਨ 'ਚ ਲਿਆਤਾ ਹੈ। ਮੰਡੇ ਤੋਂ ਟਿਊਜ਼ਡੇ ਨਹੀਂ ਹੋਏਗਾ, ਬਿਲਕੁਲ ਭੇਜ ਦਿੱਤੇ ਜਾਣਗੇ ਜੀ, ਪੈਨਲ ਭੇਜ ਦਿੱਤੇ। ਮੇਰਾ ਇੱਕ ਬੜਾ ਸਿੰਪਲ ਸਵਾਲ ਉਹਦਾ ਜਵਾਬ ਦੇ ਦੇਣ। 7 ਕਰੋੜ ਦੀ ਰਿਕਵਰੀ ਕਿਵੇਂ ਹੋਏਗੀ? 6600 ਕਰੋੜ ਦੀ ਇਹਦਾ ਸਵਾਲ ਹੈ ਨਾ। ਨਹੀਂ ਉਹ ਉਹਨਾਂ ਨੇ ਉਹਨਾਂ ਨੇ ਰਿਕਵਰੀ ਨਹੀਂ, ਉਹਨੇ ਕਿਹਾ 6600 ਕਰੋੜ ਰੁਪਏ ਦਾ ਜਿਨ੍ਹਾਂ ਨੇ ਨੁਕਸਾਨ ਕੀਤਾ ਹੈ ਉਹਨਾਂ ਦੇ ਖਿਲਾਫ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਐਸੀ ਕਰੜੀ ਕਾਰਵਾਈ ਹੋਣੀ ਚਾਹੀਦੀ ਹੈ। ਜੇ ਤੁਸੀਂ ਸੱਚਮੁੱਚ ਦੇ ਰਾਜਾ ਬਣਨੇ ਚਾਹੁੰਦੇ ਹੋ ਤਾਂ ਇਹ ਨਾ ਹੋਵੇ ਸਿੱਟ ਐਸੀ ਬਣੇ ਜਿਹੜੀ ਕਾਰਵਾਈ ਕਰੇ। ਉਹਨਾਂ ਦਾ ਸਵਾਲ ਨਹੀਂ ਉਹਨੇ ਕੀ ਕਿਹਾ ਰਿਕਵਰੀ, ਮੈਨੂੰ ਉਹਨਾਂ ਨੇ ਨਹੀਂ, ਉਹ ਤੁਸੀਂ ਸਵਾਲ ਕਰ ਸਕਦੇ ਹੋ, ਬਟ ਉਹਨਾਂ ਨੇ ਮੈਨੂੰ ਇਹ ਕਿਹਾ ਕਿ ਉਹ ਇਹ ਨਾ ਹੋਵੇ ਵੀ ਨਕਲੀ ਵਕਲੀ ਸਿੱਟ ਹੋਵੇ, ਚੰਗੀ ਤਰ੍ਹਾਂ ਤਕੜਾ ਹੱਥ ਪਾਇਓ। ਦੂਸਰਾ ਉਹਨਾਂ ਨੇ ਸੁਝਾਅ ਦਿੱਤਾ ਕਿ ਯੂਟੀ 'ਚ ਤੁਸੀਂ ਪੈਨਲ ਸਭ ਦਾ ਹੈਗਾ, ਤੁਹਾਡੇ ਤੋਂ ਮੰਗਿਆ ਗਿਆ, ਤੁਹਾਡੇ ਕੋਲ ਟਾਈਮ ਹੀ ਨਹੀਂ ਸੀਗਾ। ਮੈਂ ਉਹਨਾਂ ਨੂੰ ਕਿਹਾ ਕਿ ਮੰਡੇ ਦੇ ਵਿੱਚ ਮੰਡੇ ਬਾਈ ਮੰਡੇ ਓਨਲੀ ਅਸੀਂ ਆਪਦਾ ਪੈਨਲ ਭੇਜ ਦਿੰਦੇ। ਯਾਰ ਹੁਣ ਆਪਦਾ ਸਵਾਲ ਆਪਦੀ ਮਰਜ਼ੀ ਨਹੀਂ ਬਣਾ ਲਓਗੇ। ਰਿਕਵਰੀ ਪ੍ਰੋਵੀਜ਼ਨ, ਵਾਟ ਇਜ਼ ਦਾ ਰਿਕਵਰੀ ਪ੍ਰੋਵੀਜ਼ਨ ਪਲੀਜ਼? ਜਦੋਂ ਉਹਨਾਂ ਤੇ ਕਾਰਵਾਈ ਹੋਏਗੀ, ਜਿਹੜੀ ਸਿੱਟ ਬਣੇਗੀ ਕਿ ਇਹਨਾਂ ਕਰਕੇ 6600 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ, ਨੈਚੁਰਲੀ ਉਹੀ ਰਿਕਵਰੀ ਹੈ, ਉਹੀ ਦੱਸਾਂਗੇ ਕਿ ਇਹਨਾਂ ਤੋਂ ਹੀ ਰਿਕਵਰੀ ਲੈਣੀ ਹੈ ਜਿੰਨਾ ਕਰਕੇ ਹੋਇਆ। ਇਹ ਕਲਪਰੇਟ ਲੋਕ ਨੇ, ਇਹਨਾਂ ਕਰਕੇ 6600 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਾਂ ਤਾਂ ਰਿਕਵਰੀ ਦੇ ਦੇਣਗੇ ਜਾਂ ਜੇਲ੍ਹ ਜਾਣਗੇ। ਜੋ ਟੈਕਸ ਜਿਹੜਾ ਮਾਫ ਕੀਤਾ ਸੀ ਲੈ ਆਇਓ राजा जी जी। मेरा बड़ा सिंपल 7 करोड़ रुपए ਜਾਂਚ ਹੋਏਗੀ, ਆਫੀਸਰਸ ਨੂੰ ਢੰਗੋਗੇ, ਬਟ ਤੁਸੀਂ ਆਪਦੀ ਗੱਲਾਂ ਦੇ ਪਹਿਲਾਂ ਕਿਹਾ ਹੈ ਕਿ ਸੀਐਮ ਕੰਪਰੋਮਾਈਜ਼ ਸੀ, ਸੀਐਮ ਦੇ ਖਿਲਾਫ ਕੋਈ ਇਨਵੈਸਟੀਗੇਸ਼ਨ ਕਰਵਾਓਗੇ? ਸਾਹਿਬ ਜੀ ਗੱਲ ਇਹ ਹੈ, ਤੁਸੀਂ ਐਵੇਂ ਮੇਰੇ ਮੂੰਹ 'ਚ ਕੋਈ ਗੱਲ ਪਾਉਣਾ ਚਾਹੁੰਦੇ ਹੋ। ਸੀਐਮ ਦੇ ਖਿਲਾਫ ਜਿਹੜੀ ਇਨਕੁਆਇਰੀ ਜੋ ਵੀ ਕਰਨਾ ਹੈ, ਮੈਂ ਇਹ ਕਿਹਾ ਕਿ ਇਹ ਇਨਕੁਆਇਰੀ ਹੋਏਗੀ। ਇਹ ਇਨਕੁਆਇਰੀ ਦੇ ਵਿੱਚ ਇਹ ਪਤਾ ਲੱਗੇਗਾ ਕਿਹਦੇ ਕਰਕੇ ਇਹ ਨੁਕਸਾਨ ਹੋਇਆ ਹੈ ਜਾਂ ਕਿਸ ਬੰਦੇ ਨੇ ਕਰਾਇਆ ਹੈ। ਕਿਸੇ ਨੂੰ ਤਾਂ ਬਿਆਨ ਦੇਣੇ ਪੈਣਗੇ ਨਾ। ਅਗਰ ਕੋਈ ਬੰਦਾ ਇਹ ਬਿਆਨ ਦੇ ਦੇਗਾ ਕਿ ਸੀਐਮ ਸਾਹਿਬ ਨੇ ਤਾਂ ਮੈਨੂੰ ਉਹਦਾ ਫੋਨ ਆਇਆ ਸੀ, ਮੈਂ ਤਾਂ ਤਦ ਕੀਤਾ ਹੈ, ਉਹ ਤਾਂ ਉਹਦੇ ਬਿਆਨ ਦੇਣੇ ਪੈਣਗੇ ਨਾ ਉਹਨੂੰ। ਮੈਂ ਇਕੱਲਾ ਕਹੀ ਜਾਵਾਂਗਾ, ਉਹ ਗੱਲ ਨਹੀਂ ਨਾ ਬਣੇਗੀ। ਜੇ ਉਹਨਾਂ ਬੰਦਿਆਂ ਦੇ ਜਿਨ੍ਹਾਂ ਦੇ ਖਿਲਾਫ ਇਨਕੁਆਇਰੀ ਹੋਏਗੀ, ਕੱਲ ਨੂੰ ਉਹ ਇਸ ਗੱਲ ਦੀ ਗਵਾਹੀ ਦੇਣਗੇ ਜਾਂ ਕੋਈ ਗੱਲ ਦੇਣਗੇ ਜਾਂ ਕੋਈ ਪ੍ਰੂਫ ਦੇਣਗੇ, ਤਦ ਕੁਝ ਵੀ ਹੋ ਸਕਦਾ ਹੈ। ਬੀਟ ਐਨੀ ਵੱਡੀ, ਬੀਟ ਰਾਜਾ ਵੜਿੰਗ। बट मैं ये नहीं कह रहा कि अमरिंदर सिंह खिलाफ कोई वो कर रहे हैं, मैं सीधा ही कह रहा। इंक्वायरी होएगी, जो भी और आएगा वो। हाँ जी राजा जी, बड़ा सिंपल सा, आपने 7 करोड़ रुपए भी आपने कहा कि हमने जो है ना रिकवरी हमारी वापस आ गई टैक्स की, जो कि वो थी। आप कितना टैक्स बकाया है प्राइवेट ट्रांसपोर्टर पे? कितना टैक्स बकाया है आप कितने सालों से? जो हमने वेव ऑफ किया, नहीं इट्स 95। अभी बकाया होगा इस साल का पूरा बकाया खड़ा है हमारा।
मेरे को लगता लगभग कुछ लोग पैसा आ गया है हमारे पास। मेरे पास सही उसके आंकड़े नहीं है। 69 वेव ऑफ हुआ है लास्ट ईयर, 9 महीनों का 69 वेव ऑफ हुआ था, और अभी हमारे पास 7 करोड़ 12 महीने, मतलब कि 10 महीने हो गए, नवंबर चल रहा है, 11 और 12, यू हैव एनी आइडिया? और 7 करोड़ रुपया अगर हमें आया है तो मेरे को लगभग ये 100 करोड़ का तकरीबन 1 साल का हमारा टैक्स बन जाता है, अप टू 100 CR। तो हमें किसी ने टैक्स अभी तक भरा नहीं है, हमारे पास ये 7 करोड़ ही आया है। यानी कि 97 लाख रुपीस का भी पेंडिंग है। 97 करोड़ लैक्स हाँ, आप 95 नहीं 97 क्यों हुआ? अगर 100 में से ये 7 आया हुआ तो 93 हुआ ना। 91-92 करोड़ हो सकता है, एग्जैक्ट फिगर नहीं है, लेकिन हो सकता है 90-91 करोड़ हो। मैं अपने प्रेस नोट में आपको डाल के भेज दूंगा वो फिगर। टैक्स माफ करवा लिया पर उन्होंने अपना टैक्स नहीं दिता है। बिल्कुल टैक्स वो टैक्स है 9 महीने ਦਾ ਪਿਛਲੇ ਸਾਲ ਕੋਵਿਡ ਦਾ ਇਹਨਾਂ ਨੂੰ ਟੈਕਸ ਮਾਫ ਹੋਇਆ ਹੋਇਆ ਸੀਗਾ ਪੂਰੀਆਂ ਬੱਸਸ ਨੂੰ। ਜਿਹੜੇ ਲੋਕ ਅੱਜ ਚਲਾ ਰਹੇ ਨੇ ਉਹਨਾਂ ਨੂੰ ਕੇਵਲ 9 ਮਹੀਨਿਆਂ ਦਾ ਟੈਕਸ ਆਲਰੇਡੀ ਮਾਫ ਹੋਇਆ ਹੋਇਆ, ਜਿਹਦੇ ਚੋਂ ਘੱਟੋ ਘੱਟ 10 ਕਰੋੜ ਰੁਪਇਆ ਫਾਇਦਾ ਫਿਰ ਅਹਿਮਦ ਸ਼ਾਹ ਅਬਦਾਲੀ ਵਾਲਿਆਂ ਨੂੰ ਹੀ ਹੋਇਆ ਹੋਣਾ ਹੈ ਜਦੋਂ ਟੈਕਸ ਵੇਵ ਆਫ ਹੋਇਆ। ਸੁਖਬੀਰ ਸਿੰਘ ਬਾਦਲ ਮੈਂ ਸਵਾਲ ਪੁੱਛ ਰਿਹਾ ਇੱਕ ਮਿੰਟ, ਤੁਸੀਂ ਬਾਦਲ ਦੀ ਬੱਸਾਂ ਕਈ 에어ਪੋਰਟ ਜਾਂਦੀਆਂ ਜਿਹੜੀਆਂ ਜਿਨ੍ਹਾਂ ਦਾ ਉਹਨਾਂ ਦੀ ਰਨ ਸਟੇਟ ਦੇ ਵਿੱਚ ਹੈ, ਉਹ ਚੈੱਕ ਨਹੀਂ ਕੀਤਾ ਵੀ ਕੰਟਰੈਕਟ ਕੈਰੇਜ ਦੀ ਵਾਇਲੇਸ਼ਨ, ਸਟੇਟ ਕੈਰੇਜ ਦੀ ਵਾਇਲੇਸ਼ਨ ਕੀਤਾ ਸਰ। ਅੱਜ ਹੀ 4 ਫੜੀਆਂ ਉਹਦੇ ਤੇ, ਕਿਉਂਕਿ ਜਿਹੜੀਆਂ ਬੱਸਸ ਇਹਨਾਂ ਦੀਆਂ ਚੱਲ ਰਹੀਆਂ ਵਿੱਚ ਅਸੀਂ ਨਾਲ ਮੀਡੀਆ ਵਾਲੇ ਸੀ, ਉਹਨਾਂ ਨੇ ਚੈੱਕ ਕੀਤਾ ਕਿ ਕੋਈ ਅੱਜ ਸਿਰਸਾ ਤੋਂ ਬੱਸ ਆਈ ਹੈ, ਕੰਟਰੈਕਟ ਕੈਰੇਜ ਦੀ ਬੱਸ ਹੈ ਉਹ, ਤੇ ਉਹ ਸਟੇਜ ਕੈਰੇਜ ਸਾਨੂੰ ਚੱਲ ਰਹੀ ਹੈ। ਅਸੀਂ ਰਾਹ ਦੇ ਵਿੱਚ ਉਹ ਸਵਾਰੀਆਂ ਪੁੱਛੀਆਂ, ਕੋਈ ਕਹਿੰਦੇ ਸਰਦੂਲਗੜ੍ਹ ਤੋਂ ਚੜੇ ਆ, ਕੋਈ ਕਹਿੰਦੇ ਐਲਨਾਬਾਦ ਤੋਂ ਚੜੇ ਆ, ਕੋਈ ਕਹਿੰਦੇ ਅਸੀਂ ਮਾਨਸਾ ਤੋਂ ਚੜੇ ਆ। ਟੈਕਸ ਉਹਦੇ ਚ ਵੀ ਉਹ ਤਾਂ ਹਜੇ ਤੁਹਾਨੂੰ ਅੰਕੜੇ ਹੀ ਨਹੀਂ ਦਿੱਤੇ, ਉਹ ਅਗਲੀ ਪ੍ਰੈਸ ਕਾਨਫਰੰਸ ਦੇਵਾਂਗੇ। ਜਿਹੜੇ ਲੋਕ ਟੂਰਿਸਟ ਬੱਸ ਕਹਿ ਕੇ ਉਹਨੂੰ ਸਟੇਜ ਕੈਰੇਜ ਚਲਾ ਰਹੇ ਨੇ, ਰਾਸਤੇ 'ਚ ਉਹ ਸਵਾਰੀਆਂ ਚੜਾਉਂਦੇ ਜਾ ਰਹੇ ਨੇ। ਟੂਰਿਸਟ ਪਰਮਿਟ ਦਾ ਮਤਲਬ ਹੈ ਵੀ ਇੱਕ ਥਾਂ ਤੋਂ ਸਵਾਰੀ ਚੱਕਣੀ ਐਂਡ ਦੂਸਰੀ ਥਾਂ ਤੇ ਉਤਾਰਨੀ, ਵਿਚਾਲੋਂ ਤੁਸੀਂ ਸਵਾਰੀ ਬੁਕਿੰਗ ਲੈ ਕੇ ਨਹੀਂ ਚੱਕ ਸਕਦੇ। ਉਹਨਾਂ ਦਾ ਟੈਕਸ ਵੱਖਰਾ ਹੈ ਤੇ ਟੂਰਿਸਟ ਦਾ ਔਰ ਸਟੇਜ ਕੈਰੇਜ ਦਾ ਟੈਕਸ ਵੱਖਰਾ ਹੈ। 에어ਪੋਰਟ ਸਪੈਸਿਫਿਕ ਬੱਸਸ ਜਾਨੀ ਆਰਬਿਟ ਦੀਆਂ ਜਾਂ ਉਹਦੀਆਂ ਹਾਂਜੀ ਉਹ ਨਹੀਂ ਉਹ ਕਿੰਨੀਆਂ ਬੜੀਆਂ ਉਹ ਜੀ ਇੱਕ ਤਾਂ ਅੱਜ ਇੰਡੋ ਕੈਨੇਡੀਅਨ ਫੜੀ ਹੈ, ਇੱਕ ਉਸ ਤੋਂ ਪਹਿਲਾਂ ਫੜੀ ਗਈ ਸੀ ਇੰਡੋ ਕੈਨੇਡੀਅਨ। ਬਟ ਉਹ ਜਿਹੜੀਆਂ 에어ਪੋਰਟ ਬੱਸਸ ਨੇ ਉਹ ਵਾਇਆ ਕੁਝ ਜਲੰਧਰ ਤੋਂ ਚੱਲਦੀਆਂ ਨੇ, ਕੁਝ ਅੰਮ੍ਰਿਤਸਰ ਤੋਂ ਚੱਲਦੀਆਂ ਨੇ, ਕੁਝ ਲੁਧਿਆਣੇ ਤੋਂ ਚੱਲਦੀਆਂ ਨੇ। ਜਲਦੀ ਤੁਹਾਨੂੰ ਉਹਨਾਂ ਦੀ ਵੀ ਖੁਸ਼ਖਬਰੀ ਦੇ ਦੇਣਗੇ। ਫੇਅਰ ਦਾ ਰੈਗੂਲੇਸ਼ਨ ਕੋਈ ਨਹੀਂ, ਉਹ 1000 ਰੁਪਿਆ ਚਾਰਜ ਕਰਦੇ, 1500 ਕਰਦੇ ਨੇ ਚਾਰਜ। ਕੁਝ ਤੁਹਾਡੇ ਰੋਡਵੇਜ਼ ਦਾ ਜਿਹੜੀ ਬੱਸ ਚੱਲਦੀ ਉਹਦਾ ਫੇਅਰ ਘੱਟ ਹੈ, ਇਹਦੇ ਤੇ ਗਵਰਨਮੈਂਟ ਦਾ ਕੋਈ ਕੰਟਰੋਲ ਨਹੀਂ ਹੋ ਸਕਦਾ? ਕੰਟਰੋਲ ਹੋ ਸਕਦਾ ਜੀ, ਕਿਉਂ ਨਹੀਂ? ਉਹ ਨਹੀਂ ਤੁਸੀਂ ਜਿਹੜੀ ਸਟੇਜ ਕੈਰੇਜ ਉਹ ਟੂਰਿਸਟ ਬੱਸਸ ਨੇ, ਹਾਂਜੀ, ਉਹ ਸਾਨੂੰ ਟੂਰਿਸਟ ਜਿਹੜੀ ਬੱਸ ਹੈ ਉਹਦੇ ਤੇ ਸਾਨੂੰ ਉਹਨਾਂ ਨੇ ਟੂਰਿਸਟ ਵਾਲਾ ਟੈਕਸ ਦੇਣਾ 5500 ਰੁਪਇਆ ਐਂਟਰੀ ਟੈਕਸ, ਰਾਈਟ? 에어ਪੋਰਟ ਵਾਲੀ ਉਹ ਦੈਟ ਕਾਲ ਅ ਟੂਰਿਸਟ ਬੱਸ। ਉਹ ਕਹਿੰਦੇ ਕਿ ਅਸੀਂ ਅੰਮ੍ਰਿਤਸਰ ਤੋਂ ਪੈਸੇਂਜਰ ਚੱਕਦੇ ਹਾਂ ਤੇ 에어ਪੋਰਟ ਤੇ ਛੱਡਦੇ ਹਾਂ, ਤੇ 에어ਪੋਰਟ ਤੋਂ ਚੱਕਦੇ ਹਾਂ ਤੇ ਜਲੰਧਰ ਛੱਡਦੇ ਹਾਂ। ਲੇਕਿਨ ਉਹ ਜਿਹੜੀ ਚੱਲਦੀ ਹੈ ਉਹ ਰਾਸਤੇ ਤੋਂ ਵੀ ਆਪਦੇ ਪੈਸੇਂਜਰ ਚੜਾਉਂਦੀ ਆਉਂਦੀ ਹੈ। ਉਹ ਟੈਕਸ ਦੇ ਵਿੱਚ ਕਿਤੋਂ ਰਾਜਪੁਰੋਂ ਚੜਾ ਲਿਆ, ਕਿਤੋਂ ਅੰਬਾਲਿਓਂ ਚੜਾ ਲਿਆ। ਫੇਅਰ ਦਾ ਕੌਣ ਕੰਟਰੋਲ ਕਰਦਾ ਜੀ? ਸਿੰਪਲ ਲੇਮੈਨ ਇੱਕ ਪੁੱਛਦਾ ਵੀ ਨਹੀਂ, ਕੋਈ ਔਰ ਫੇਅਰ ਕੰਟਰੋਲ ਨਹੀਂ। ਬਟ ਵੀ ਡੋਂਟ ਹੈਵ ਐਨੀ ਮੋਨੀਟਰ ਸਿਸਟਮ। What he says ਕਿ ਉਹਦਾ ਕੰਟਰੈਕਟ ਹੈ, ਇਫ ਇਟ ਇਜ਼ ਅ ਟੂਰਿਸਟ ਬੱਸ, ਸਾਨੂੰ ਉਹਨਾਂ ਨੇ 5500 ਰੁਪਇਆ ਟੈਕਸ ਦੇਤਾ, ਅਸੀਂ ਉਹਦੇ ਤੇ ਕੋਈ ਜੇ ਪੈਸੇਂਜਰ ਫਲੀਸ ਹੋ ਰਿਹਾ ਉਹ ਕਿਹਦੇ ਕੋਲ ਜਾਵੇ ਕੰਪਲੇਂਟ ਕਰਨ? ਅਥਾਰਟੀ ਕਿਹੜੀ ਹੈ? ਪੁਲਿਸ ਅਥਾਰਟੀ ਨਹੀਂ ਪਰ ਉਹ ਚੜਿਆ ਪਟਿਆਲੇ ਤੋਂ ਆਇਆ, ਜਲੰਧਰ ਤੋਂ ਚੜਿਆ, ਮੈਂ ਕੰਪਲੇਂਟ करती हूँ 1500 रुपए पे कर नहीं चढ़ जाए वो प्राइवेट पे ना चढ़े, हमारे वाली पे चढ़ जाए। नहीं आती है दिल्ली से बहुत सारी बसें, कितनी है? नहीं आती है, काफी बसेज हैं। एयरपोर्ट जान दी सर दैट इज द प्रॉब्लम। बट थिंग इज कि ਅਸੀਂ ਜਦੋਂ ਉਹਨੂੰ ਟੂਰਿਸਟ ਪਰਮਿਟ ਦੇਤਾ ਟੂਰਿਸਟ ਪਰਮਿਟ ਤੇ ਅਸੀਂ ਆਪਦਾ ਟੈਕਸ, ਆਪਦਾ ਸਟੇਟ ਦਾ ਟੈਕਸ ਲੈ ਲਿਆ, ਉਸ ਤੋਂ ਬਾਅਦ ਉਹ ਆਪਦੀ ਮਰਜ਼ੀ ਕਰ ਰਹੇ। ਪਰ ਠੀਕ ਹੈ, ਇਹ ਚੰਗਾ ਸੁਝਾਅ ਹੈ ਤੁਹਾਡਾ। ਬੱਸ ਆਈ ਹੈਗਾ, ਤੁਸੀਂ ਕਹਿ ਰਹੇ ਹੋ ਲੱਗਦਾ ਕਿ ਸ਼ੁਰੂ ਤੇ ਜੇ ਬਾਰਡਰ ਤੇ ਪਹੁੰਚੀ ਹੈ ਤਾਂ ਉੱਥੇ ਅਧਿਕਾਰੀ ਹੋਣੇ ਚਾਹੀਦੇ, ਉਹ ਚੈੱਕ ਕਰੇ ਉਹਨੂੰ ਬਕਾਇਦਾ ਬੱਸ ਤੇ ਜਿਹੜੀ ਬਾਰਡਰ ਟੱਪ ਕੇ ਪੰਜਾਬ ਚ ਐਂਟਰ ਹੋ ਰਹੀ ਹੈ, ਸਾਰੇ ਬਾਰਡਰ ਤੇ। ਯਾਰ ਹਰ ਬਾਰਡਰ ਤੇ ਅਸੀਂ ਬੰਦਾ ਥੋੜੀ ਲਾ ਸਕਦੇ ਹਾਂ, ਬਟ ਆਉਣ ਵਾਲੇ ਸਮੇਂ 'ਚ ਐਸਾ ਸਿਸਟਮ ਜ਼ਰੂਰ ਕ੍ਰੀਏਟ ਕਰ ਦਿੱਤਾ ਜਾਏਗਾ ਕਿ ਕੋਈ ਬੱਸ ਵਿਦਆਊਟ ਟੈਕਸ ਪੰਜਾਬ 'ਚ ਐਂਟਰ ਨਹੀਂ ਹੋਏਗੀ। ਕਿਉਂਕਿ ਜਦੋਂ ਇੱਕ ਬੱਸ ਨੂੰ ਇੰਪਾਊਂਡ ਕੀਤਾ ਜਾਂਦਾ ਉਹਦੇ 4 ਦਿਨ ਲੱਗਦੇ ਉਹਨੂੰ ਛੁੱਟਣ ਛਡਾਉਣ ਦੇ ਵਿੱਚ। ਅਗਲੇ ਦੀਆਂ 3-4 ਦਿਹਾੜੀਆਂ ਖਰਾਬ ਹੁੰਦੀਆਂ। ਕੋਈ ਵੀ ਬੰਦਾ ਜਦੋਂ ਅਸੀਂ ਇੱਕ ਬੱਸ ਇੰਪਾਊਂਡ ਕਰ ਦਿਆਂਗੇ, ਮੈਨੂੰ ਨਹੀਂ ਲੱਗਦਾ ਕਿ ਫਿਰ ਉਹ
ਟੈਕਸ ਤੋਂ ਬਿਨਾਂ ਚੱਲੇਗਾ। ਤੁਸੀਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੰਪਰੋਮਾਈਜ਼ ਸੀਐਮ ਰਹੇ ਨੇ। ਸੁਨੀਲ ਜਾਖੜ ਜੀ ਵੱਲੋਂ ਅੱਜ ਇੱਕ ਟਵੀਟ ਕੀਤਾ ਗਿਆ, ਉਹਨਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਕੰਪਰੋਮਾਈਜ਼ ਸੀਐਮ ਬੋਲਿਆ। ਨਹੀਂ, ਆਈ ਡੋਂਟ ਨੋ ਜੀ, ਮੈਂ ਟਵੀਟ ਉਹ ਦੇਖਿਆ ਨਹੀਂਗਾ। ਸੋ ਮੈਂ ਤੁਸੀਂ ਹੁਣੇ ਆਇਆ ਹੋਣਾ ਹੈ, ਹੁਣੇ ਇਹ ਤੁਸੀਂ ਜਾਖੜ ਸਾਹਿਬ ਨੂੰ ਤੁਹਾਨੂੰ ਪੁੱਛ ਲੈਣਾ ਚਾਹੀਦਾ ਕਿ ਉਹਨਾਂ ਨੇ ਚੰਨੀ ਸਾਹਿਬ ਨੂੰ ਕੰਪਰੋਮਾਈਜ਼ ਚੀਫ ਮਿਨਿਸਟਰ ਕਿਹੜੇ ਸੰਕਲਪ ਚ ਕਿਹਾ। ਚਲੋ ਉਹ ਤਾਂ ਮੇਰੇ ਖਿਆਲ ਕਹਿ ਦੇ, ਜੇ ਏਜੀ ਵਾਲੇ ਮਸਲੇ ਚ ਹੋਇਆ ਤਾਂ ਫਿਰ ਕੀ ਗੱਲ ਹੈ, ਫਿਰ ਕੋਈ ਗੱਲ ਨਹੀਂ, ਇਹ ਤਾਂ ਹੋ ਹੀ ਜਾਂਦਾ ਹੈ, ਪਾਰਟੀ ਦਾ ਕੰਮ ਹੈ। ਕਿਸੇ ਨੇ ਕੰਪਰੋਮਾਈਜ਼ ਕਰ ਲਿਆ ਕਿ ਵੀ ਏਜੀ ਨੇ ਉਤਰਨਾ ਹੈ ਜਾਂ ਨਹੀਂ ਜਾਣਾ, ਮੈਨੂੰ ਨਹੀਂ ਲੱਗਦਾ ਇਹਦੇ ਚ ਕੋਈ ਵੱਡੀ ਗੱਲ ਹੈ ਜੀ। ਜੇ ਉਹਨੇ ਮੈਂ ਕੰਪਰੋਮਾਈਜ਼ ਚੀਫ ਮਿਨਿਸਟਰ, ਵੈਸੇ ਤਾਂ ਹੋਣਾ ਚਾਹੀਦਾ। ਮੈਂ ਇਹ ਕਹਿਣਾ ਹੈ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਪੰਜਾਬ ਦੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ, ਜਿਨ੍ਹਾਂ ਦੇ ਮੁੱਦਿਆਂ ਦੇ ਕਰਕੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ, ਜਿਨ੍ਹਾਂ ਦੀਆਂ ਸੌਹਾਂ ਖਾਧੀਆਂ ਸਨ, ਉਹ तमाम ਮੁੱਦਿਆਂ ਨੂੰ ਸਿੱਕੇ ਟੰਗ ਕੇ ਉਹਨਾਂ ਲੋਕਾਂ ਨਾਲ ਸਮਝੌਤਾ ਕਰਕੇ ਬਹਿ ਗਏ ਕਿ ਮੈਂ ਇਹ ਨਹੀਂ ਕਰਾਂਗਾ। ਇਹ ਹੈ ਕਿ ਪਾਰਟੀ 'ਚ ਸਮਝੌਤਾ। ਹੁਣ ਮੈਂ ਮੰਨ ਲਓ, ਅਗਰ ਮੈਨੂੰ ਨਹੀਂ ਪਤਾ ਉਹਨਾਂ ਨੇ ਕਿਸ ਕਰਕੇ ਉਹ ਟਵੀਟ ਕੀਤਾ, ਸਰਕਾਰ ਕੌਣ ਚਲਾ ਰਿਹਾ ਇਹ ਟਵੀਟ ਕੀਤਾ, ਨਾਲ ਹੀ ਉਹਨਾਂ ਨੇ ਕਿਹਾ ਕਿ ਰੇਡੀਓ ਡਰਾਮਾ ਟਾਈਪ ਚੱਲ ਰਿਹਾ। ਚਲੋ ਉਹ ਜਾਖੜ ਸਾਹਿਬ ਦਾ ਸੋਚਣਾ ਹੈ, ਪਰ ਸਰਕਾਰ ਮੈਨੂੰ ਲੱਗਦਾ ਕਿ ਮਿਲ ਕੇ ਚੱਲ ਰਹੀ ਹੈ, ਕੋਈ ਐਸੀ ਗੱਲ ਨਹੀਂ। ਕੱਲ ਇਹ ਆਮ ਖੁਦ ਕਿਹਾ ਚੀਫ ਮਿਨਿਸਟਰ ਸਾਹਿਬ ਨੇ ਕਿ ਕ੍ਰਿਟਿਸਿਜ਼ਮ ਹੋਣਾ ਚੰਗੀ ਗੱਲ ਹੈ। ਮੈਨੂੰ ਤਾਂ ਇਹ ਬਹੁਤ ਜ਼ਿਆਦਾ, ਹੁਣ ਕੱਲ ਨੂੰ ਕੋਈ ਬੰਦਾ ਮੈਨੂੰ ਕਹੇਗਾ ਕਿ ਟਰਾਂਸਪੋਰਟ ਮਹਿਕਮੇ ਚ ਆ ਨਹੀਂ ਹੋ ਰਿਹਾ, ਨੌਸ਼ੀਰ ਸਿੰਘ ਕੀ ਉੱਥੇ ਬੱਸਾਂ ਹੈਗੀਆਂ ਤੇ ਮੈਂ ਉਹਨਾਂ ਤੇ ਕੱਲ ਨਿਗਾਹ ਰੱਖਾਂਗਾ। ਉਹਨਾਂ ਨੇ ਰਾਜਨੀਤ ਸੈਟ ਕਿ ਬਈ ਉਹ ਜਿਹੜੀਆਂ 에ਅਰਪੋਰਟ ਤੇ ਜਾਣੀਆਂ ਬੱਸੇਸ, ਮੈਂ ਉਹਨੂੰ ਕਹਾਂ ਕਿ ਕੋਈ ਗੱਲ ਹੈ, ਕ੍ਰਿਟਿਸਿਜ਼ਮ ਹੋਣਾ ਚਾਹੀਦਾ ਹੈ ਔਰ ਉਹਨਾਂ ਮੁੱਦਿਆਂ ਤੇ ਅਗਰ ਕੰਪਰੋਮਾਈਜ਼ ਕਰਕੇ, ਕਿਉਂਕਿ ਪਾਰਟੀ ਤੇ ਸਰਕਾਰ ਇਕੱਠੀ ਹੀ ਚੱਲ ਸਕਦੀਆਂ ਹਨ, ਬਿਲਕੁਲ ਕੋਈ ਇਹ ਡਰਾਮਾ ਨਹੀਂ ਹੈ। ਨਵੀਆਂ ਬੱਸਾਂ ਕਦੋਂ ਤੱਕ ਪੈ ਰਹੀਆਂ ਨੇ? ਪੁਰਾਣੀਆਂ ਬੱਸਾਂ ਜਿਹੜੀਆਂ ਮਾਫੀਆ ਦੀਆਂ ਫੜੀਆਂ ਜਾ ਰਹੀਆਂ ਨੇ, ਜਿਹੜੀਆਂ ਪੀਆਰਟੀ ਨਵੀਆਂ ਬੱਸਾਂ ਜੀ, ਨਵੀਆਂ ਬੱਸਾਂ ਦਾ ਟੈਂਡਰ ਹੋ ਚੁੱਕਿਆ ਜੀ, ਬਾਡੀ ਟੈਂਡਰ ਵੀ ਹੋ ਚੁੱਕਿਆ ਜੀ। ਸਾਨੂੰ 1 ਮਹੀਨੇ ਦੇ ਵਿੱਚ ਨਵੀਆਂ ਬੱਸਾਂ 842 ਦੇ ਵਿੱਚੋਂ ਕੋਈ 200-300 ਬੱਸ ਆਉਣੀ ਸ਼ੁਰੂ ਹੋ ਜਾਏਗੀ। ਅੰਮ੍ਰਿਤਸਰ ਦੇ ਵਿੱਚ ਨਾ ਸਰ ਮੈਰਿਟ ਸਿਟੀ ਹੈ, ਉਹਦੇ ਵਿੱਚ ਪੰਜਾਬ ਰੋਡਵੇਜ਼ ਦੀਆਂ ਕਾਫੀ ਬੱਸਾਂ ਜਿਹੜੀਆਂ ਹੈਗੀਆਂ ਨੇ ਖੜੀਆਂ ਹੋਈਆਂ ਨੇ, ਪ੍ਰਾਈਵੇਟ ਬੱਸਾਂ ਵਾਲੇ ਜਿਹੜੇ ਨੇ ਚਲਾ ਰਹੇ ਨੇ। ਉਹ ਨਹੀਂ ਜੀ ਨਹੀਂ, ਉਹ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਉਹ ਅਸੀਂ ਆਪਦੇ ਫੇਸਬੁੱਕ ਤੇ ਪਾ ਦਿੱਤਾ। ਉਹ ਕਿਲੋਮੀਟਰ ਸਕੀਮ ਦੀਆਂ ਸਾਡੀਆਂ ਬੱਸਾਂ ਸੀਗੀਆਂ, ਜਿਨ੍ਹਾਂ ਦੇ ਪ੍ਰਾਈਵੇਟ ਆਪਰੇਟਰਸ ਦੀਆਂ ਉਹ ਬੱਸਾਂ ਹੈ, ਲੇਕਿਨ ਉਹਨਾਂ ਦੇ ਪੇਂਟ ਸਾਡਾ ਹੋਇਆ ਕਿਉਂਕਿ ਉਹ ਸਾਡੇ ਕਿਲੋਮੀਟਰ ਸਕੀਮ 'ਚ ਚੱਲਦੀਆਂ ਸੀ, ਲੇਕਿਨ ਉਹਨਾਂ ਨਾਲ ਐਗਰੀਮੈਂਟ ਸਾਡਾ ਕੈਂਸਲ ਹੋ ਚੁੱਕਿਆ ਹੈ, ਉਹ ਐਕਸਪਾਇਰ ਹੋ ਚੁੱਕਿਆ। ਉਹ ਇਸ ਕਰਕੇ ਪ੍ਰਾਈਵੇਟ ਜਿਹੜੇ ਆਪਰੇਟਰਸ ਹੈ ਉਹਨਾਂ ਦੀਆਂ ਬੱਸਾਂ ਉਹ ਖੜੀਆਂ ਜਿਨ੍ਹਾਂ ਦੀ ਵੀਡੀਓ ਚੱਲ ਰਹੀ ਹੈ। ਥੈਂਕ ਯੂ ਸਰ। ਇੱਕ ਮਿੰਟ ਤੁਸੀਂ ਕਰ ਲਏ ਸਰ 3 ਸਵਾਲ। ਹਾਂਜੀ, ਪਾਣੀ ਵਾਲੀ ਬੱਸ ਦਾ ਕੀ ਸਟੇਟਸ ਹੈਗਾ? ਪੰਜਾਬ ਸਰਕਾਰ ਕੀ ਪਾਣੀ ਵਾਲੀ ਬੱਸ ਨੂੰ ਅੱਗੇ ਚਲਾਉਣ? ਉਹ ਪਾਣੀ ਵਾਲੀ ਬੱਸ ਹੁਣ ਹਾਂ ਨਹੀਂ ਹੈ ਤਾਂ ਉਹ ਟੂਰਿਜ਼ਮ ਡਿਪਾਰਟਮੈਂਟ ਦੀ ਬੱਸ ਹੈ, ਲੇਕਿਨ ਉਹਨੂੰ ਹੌਲੀ ਦੇਣੇ ਅਸੀਂ ਨਹੀਂ ਜੀ ਨਹੀਂ, ਅਸੀਂ ਉਹ ਛੱਡ ਕੇ ਆਵਾਂਗੇ ਬਾਦਲ ਪਿੰਡ, ਤਾਂ ਜੋ ਸੁਖਬੀਰ ਬਾਦਲ ਉੱਥੇ ਬੈਠਾ ਹੀ ਤੈਰਦਾ ਰਵੇ ਉਹਦੇ 'ਚ।